ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਗੋਦ ਵਿੱਚ ਸੰਧਿਆ ਦੇ ਦੀਵਾਨਾਂ ਦਾ ਆਨੰਦ ਮਾਣ ਰਹੀ ਗੁਰੂ ਸੰਗਤ ਜੀਓ। ਭਾਗਾਂ ਭਰਿਆ ਸਮਾਂ ਗੁਰੂ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ। ਆਓ ਇਸ ਸਮੇਂ ਦਾ ਲਾਭ ਪ੍ਰਾਪਤ ਕਰੀਏ। ਮਹੀਨੇ ਦਾ ਵੱਡਾ ਦਿਨ ਕੱਤਕ ਦੀ ਸੰਗਰਾਮ ਦਾ ਪੁਰਬ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਚੜ੍ਹਿਆ ਮਹੀਨਾ ਸਤਸੰਗ ਦੀਆਂ ਘੜੀਆਂ, ਜੀਵਨ ਦਾ ਆਨੰਦ, ਸੁੱਖ ਤੇ ਰੱਬ ਦੇ ਨਾਮ ਦੀ ਦਾਤ। ਸੰਗਤ ਵਿੱਚ ਬੈਠ ਕੇ ਪ੍ਰਾਪਤ ਕਰੀਏ। ਗੁਰ ਇਤਿਹਾਸ ਜੀ ਦੇ ਪਾਵਨ ਪ੍ਰਸੰਗਾਂ ਵਿੱਚੋਂ ਆਪ ਜੀ ਨੇ ਸਰਵਣ ਕੀਤਾ। ਜਦੋਂ ਸਤਿਗੁਰਾਂ ਦੇ ਸਨਮੁਖ ਆਉਣ ਵਾਲੇ ਰਾਖਸ਼ ਅੱਖਾਂ ਤੋਂ ਅੰਨੇ ਹੋ ਗਏ, ਰਾਖਸ਼ਾਂ ਦੇ ਰਾਜੇ ਦੇਵਲੂਤ ਨੇ ਫਿਰ ਆਪਣੇ ਵਜ਼ੀਰ ਨੂੰ ਆਖਿਆ, ਮੈਂ ਮਨ ਨੀਵਾਂ ਕਰਕੇ ਇਹਨਾਂ ਨੂੰ ਪਰਮੇਸ਼ਰ ਮੰਨਣਾ ਚਾਹੁੰਦਾ, ਪਰ ਇੱਕ ਅਰਦਾਸ ਤੇ ਕਰ ਮੈਨੂੰ ਦੀਦਾਰ ਹੋਣ। ਮੰਤਰੀ ਨੇ ਆ ਕੇ ਸਤਿਗੁਰਾਂ ਦੇ ਪਾਸ ਰਾਜੇ ਦੀ ਇੱਛਾ ਰੱਖੀ ਹੈ। ਗੁਰੂ ਬਾਬਾ ਜੀ ਕਹਿੰਦੇ ਨੇਤਰ ਖੋਲ ਕੇ ਵੇਖ। ਸਾਰੇ ਰਾਖਸ਼ਾਂ ਨੂੰ ਗੁਰੂ ਨਾਨਕ ਸਾਹਿਬ ਜੀ, ਭਾਈ ਬਾਲਾ ਤੇ ਮਰਦਾਨਾ ਜੀ ਦੇ ਖੁੱਲੇ ਦੀਦਾਰ ਹੋਏ, ਚੱਲ ਕੇ ਪਾਸ ਬੈਠਿਆ। ਬੇਨਤੀ ਕਰਕੇ ਆਪਣੇ ਰਾਜ ਭਾਗ ਚ ਲੈ ਆਇਆ। 7 ਰਾਖਸ਼ਾਂ ਨੂੰ ਭੇਜਿਆ, ਜਾਓ ਫਲ ਤੋੜ ਕੇ ਲੈ ਕੇ ਆਓ। ਪਰ ਗੁਰੂ ਬਾਬਾ ਜੀ ਨੇ ਭੋਜਨ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਸ਼ਰਤ ਰੱਖ ਦਿੱਤੀ, ਤੁਹਾਡਾ ਭੋਜਨ ਤਾਂ ਪ੍ਰਵਾਨ ਕਰਾਂਗੇ ਜੇ ਅੱਜ ਵਾਅਦਾ ਕਰਦੇ ਹੋ ਕਦੇ ਮਾਸ ਨਹੀਂ ਖਾਓਗੇ, ਜੀਵ ਹੱਤਿਆ ਨਹੀਂ ਕਰੋਗੇ। ਬੜੀ ਨਿਮਰਤਾ ਦੇ ਨਾਲ ਰਾਜੇ ਨੇ ਆਖਿਆ, ਮਹਾਰਾਜ ਮੈਨੂੰ ਉਪਦੇਸ਼ ਦੇ ਕੇ ਐਸੀ ਕਿਰਤ ਵੱਲ ਲਾ ਦਿਓ, ਇਸ ਪਾਪ ਕਰਮ ਵੱਲ ਮੇਰਾ ਵੀ ਧਿਆਨ ਨਾ ਜਾਏ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਵਿਸਥਾਰ ਸਹਿਤ ਸੁਣਿਆ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪ੍ਰੇਮ ਦੀ ਪਾਓ ਸਾਂਝ, ਗੱਜ ਵੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਮਰਹੁ ਬਹੁਰ ਨਾਮ ਸੁਖ ਪਾਈ, ਦੁਇ ਲੋਕਨ ਜੋ ਹੋਤ ਸਹਾਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰਾਖਸ਼ਾਂ ਦੇ ਰਾਜੇ ਦੇਵਲੂਤ ਨੂੰ ਸਿੱਖ ਬਣਾ ਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਪਹਿਲਾਂ ਜੀਵਾਂ ਦੀ ਹੱਤਿਆ ਛੱਡ ਦੇ, ਫਿਰ ਇਹਨਾਂ ਦਾ ਮਾਸ ਖਾਣਾ ਤਿਆਗ ਦੇ। ਮਲੇਸ਼ਾ ਭੋਜਨ ਖਾ ਕੇ ਕਦੇ ਮਨ ਪਵਿੱਤਰ ਨਹੀਂ ਰਹਿਣਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਕਹਿੰਦਾ, ਪਾਤਸ਼ਾਹ ਆਪ ਜੀ ਦਾ ਹੁਕਮ ਹੋਇਆ ਹੈ, ਮੈਂ ਦੋਨੇ ਬਚਨ ਜੀਵਨ ਵਿੱਚ ਕਮਾਉਣੇ ਆ। ਇੱਕ ਅੱਜ ਤੋਂ ਬਾਅਦ ਮਾਸ ਨਹੀਂ ਖਾਣਾ ਤੇ ਦੂਜਾ ਜੀਵਾਂ ਦੀ ਹੱਤਿਆ। ਰਾਖਸ਼ ਹੋ ਕੇ ਜਿਨ੍ਹਾਂ ਦਾ ਖਾਜਾ, ਜਿਨ੍ਹਾਂ ਦਾ ਭੋਜਨ, ਜਿਨ੍ਹਾਂ ਦਾ ਆਹਾਰ ਮਾਸ ਹੈ, ਉਹ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਤੇ ਫੁੱਲ ਚੜਾ ਰਹੇ। ਸਾਹਿਬ ਆਖਣ ਲੱਗੇ ਤੀਜਾ ਬਚਨ, ਜੀਵਨ ਵਿੱਚ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਚੇਤੇ ਕਰ, ਕਦੇ ਵੀ ਰੱਬ ਵਿਸਾਰਨਾ ਨਹੀਂ। ਚਰੰਕ
काल तुम कुल माही भयो प्रहलाद जप्यो मुख ताही। ਵੇਖੋ ਤੁਹਾਡੀ ਰਾਖਸ਼ਾਂ ਦੀ ਕੁੱਲ ਦੇ ਵਿੱਚ ਹਰਨਾਕਸ਼ ਹੋਏ ਨੇ। ਹਰਨਾਕਸ਼ ਕੌਣ ਸੀ? ਮੁਲਤਾਨ ਦਾ ਰਾਜਾ। ਰਾਖਸ਼ ਬਿਰਤੀ ਕਰਕੇ ਸੀ ਉਹ, ਰੱਬ ਨੂੰ ਨਹੀਂ ਸੀ ਮੰਨਦਾ। ਤੇ ਪਰਮਾਤਮਾ ਨੇ ਉਹਦੇ ਘਰ ਦੇ ਵਿੱਚ ਆਪਣਾ ਭਗਤ ਭੇਜਿਆ, ਭਗਤ ਪ੍ਰਹਿਲਾਦ। ਪਿਤਾ ਕਹਿੰਦਾ ਸੀ ਵਿਖਾ ਤੇਰਾ ਰੱਬ ਕਿੱਥੇ ਹੈ, ਤੱਤੇ ਥੰਮ ਚ ਹੋਏਗਾ, ਕਹਿੰਦੇ ਵੇਖ ਲਾ ਸਾਹਮਣੇ ਦਿਸਦਾ। ਬਿਰਤੀ ਦਾ ਫਰਕ ਹੈ ਨਾ। ਨਾਸਤਕ ਰਾਖਸ਼ ਨੂੰ ਰੱਬ ਨਜ਼ਰ ਨਹੀਂ ਆਉਂਦਾ, ਪਰ ਆਸਤਕ ਪ੍ਰਹਿਲਾਦ ਨੂੰ ਹਰ ਥਾਂ ਤੇ ਦਿਸਦਾ। ਮਰਦ ਕਹਿੰਦੇ ਹਜ਼ਾਰਾਂ ਸਾਲ ਪਹਿਲਾਂ ਤੁਹਾਡੀ ਕੁੱਲ ਦੇ ਵਿੱਚੋਂ ਭਗਤ ਪ੍ਰਹਿਲਾਦ ਹੋਏ, ਪੁੱਤਰ ਤੇ ਰਾਖਸ਼ਾਂ ਦਾ ਹੀ ਸੀ। ਹੁਣ ਚੰਡਾਲਾਂ ਦਾ ਪੁੱਤ ਤੇ ਚੰਡਾਲ ਹੀ ਵੱਜਦਾ। ਲੋਹਾਰ ਦਾ ਪੁੱਤ ਲੋਹਾਰ ਹੋਏਗਾ, ਕੰਮ ਭਾਵੇਂ ਕੋਈ ਹੋਰ ਕਰਦਾ ਹੋਵੇ। ਇਹ ਜਾਤੀ ਸੂਚਕ ਸ਼ਬਦ ਨੇ। ਰਾਖਸ਼ ਬਿਰਤੀ ਕਰਕੇ, ਮਲੇਸ਼ ਭਾਵਨਾ ਕਰਕੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਸ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ ਦਾ ਜਨਮ ਹੋਇਆ। ਇੱਕ ਦਿਨ ਪਾਪੀ ਹਰਨਾਕਸ਼ ਦਾ ਵੀ ਭਲਾ ਹੋ ਗਿਆ। ਪਰਮਾਤਮਾ ਨੇ ਵਰ ਦਿੱਤੇ, ਸਾਰੇ ਪੂਰੇ ਕੀਤੇ। ਰੱਬ ਆਪ ਕਿਉਂ ਆਏ? ਕਿਉਂਕਿ ਪੁੱਤ ਭਗਤੀ ਵਾਲਾ ਸੀ। ਉਹਦੀ ਆਰਾਧਨਾ ਸੁਣ ਕੇ ਪਰਮੇਸ਼ਰ ਨੂੰ ਪਾਪੀ ਕੋਲ ਵੀ ਆਉਣਾ ਪਿਆ। ਉਹਦਾ ਹੀ ਉਧਾਰ ਕੀਤਾ ਏ। ਵੈ ਲੋਕਣ ਮਹਿਤਾ ਕੀ ਰਾਖੀ ਚਲੀ ਜਾਤ ਅਜਹੂ ਲੋ ਸਾਖੀ। ਵੇਖ ਦੇਵ ਲੂਤ ਦੋਨੇ ਲੋਕਾਂ ਦੇ ਵਿੱਚ ਭਗਤ ਪ੍ਰਹਿਲਾਦ ਦੀ ਉਸ ਪਰਮਾਤਮਾ ਨੇ ਲਾਜ ਰੱਖੀ। ਅੱਜ ਤੱਕ ਤੇ ਰਹਿੰਦੀ ਦੁਨੀਆ ਤੱਕ, ਜਦੋਂ ਤੱਕ ਚੰਦ ਤਾਰੇ ਰਹਿਣਗੇ, ਭਗਤ ਪ੍ਰਹਿਲਾਦ ਦੀ ਮਹਿਮਾ ਗਾਈ ਜਾਏਗੀ। ਜਿੱਥੇ ਭਗਤ ਪ੍ਰਹਿਲਾਦ ਦਾ ਗੁਣ ਹੋਏਗਾ ਨਾ, ਉੱਥੇ ਹਰਨਾਕਸ਼ ਬਾਰੇ ਵੀ ਆਖਿਆ ਜਾਣਾ। ਉਹ ਕਿਹੜਾ ਸਮਾਂ ਜਿੱਥੇ ਭਗਤ ਪ੍ਰਹਿਲਾਦ ਦਾ ਜ਼ਿਕਰ ਨਹੀਂ ਹੁੰਦਾ? ਆਪਾਂ ਰੋਜ਼ ਪੜ੍ਹਦੇ ਆ, ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਦੁਨੀਆ ਵਿੱਚ ਕਿੰਨੇ ਗੁਰਦੁਆਰੇ ਆ, ਕਿੰਨੇ ਗੁਰਸਿੱਖ। ਹਰ ਇੱਕ ਸਿੱਖ ਇਹਨਾਂ ਬਚਨਾਂ ਨੂੰ ਪੜ੍ਹਦਾ ਰੋਜ਼, ਨਾ ਚਾਹੁੰਦਿਆਂ ਵੀ। ਭਾਵੇਂ ਸਾਡਾ ਕਦੇ ਖਿਆਲ ਉਹਨਾਂ ਅਰਥਾਂ ਤੇ ਨਹੀਂ ਗਿਆ, ਪਰ ਨਿੱਤ ਭਗਤ ਪ੍ਰਹਿਲਾਦ ਦੀ ਮਹਿਮਾ ਕਰ ਰਹੇ ਨਿੱਤ। ਤੇ ਹਰਨਾਕਸ਼ ਨੂੰ ਰੋਜ਼ ਦੁਸ਼ਟ ਕਿਹਾ ਜਾਂਦਾ। ਹਰਨਾਕਸ਼ ਦੁਸ਼ਟ ਹਰ ਮਾਰਿਆ। ਹਰ ਨਾਮ ਹੈ ਰੱਬ ਦਾ, ਵੀ ਰੱਬ ਜੀ ਨੇ ਆਪ ਮਾਰਿਆ ਉਹ। ਆਪਣੇ ਭਗਤ ਦੀ ਲਾਜ ਰੱਖੀ। ਸਾਹਿਬ ਕਹਿੰਦੇ ਰਾਖਸ਼ ਬਿਰਤੀ ਹੀ ਤੁਹਾਡੇ ਪਤਨ ਦਾ ਕਾਰਨ ਹੋਏਗੀ। ਹਰਨਾਕਸ਼ ਪਿਤ ਬਹੁ ਦੁਖ ਦੀਨੋ ਤਦਪ ਨਾਮ ਕੋ ਤਜਨ ਨ ਕੀਨੋ। ਪਰ ਧੰਨ ਸੀ ਭਗਤ ਪ੍ਰਹਿਲਾਦ। ਕਹਿੰਦੇ ਪਿਤਾ ਨੇ ਹਜ਼ਾਰਾਂ ਤਸੀਹੇ ਦਿੱਤੇ, ਕਦੇ ਪੱਥਰਾਂ ਦੇ ਥੱਲੇ ਦੱਬਿਆ, ਕਦੇ ਪਾਣੀ ਵਿੱਚ ਡੋਬਿਆ, ਕਦੇ ਅੱਗ ਵਿੱਚ ਸਾੜਿਆ, ਕਦੇ ਹਥਿਆਰਾਂ ਨਾਲ ਕੱਟਿਆ, ਕਦੇ ਭੁੱਖਾ ਪਿਆਸਾ ਸੱਪਾਂ ਦੇ ਕਮਰਿਆਂ 'ਚ ਰੱਖਿਆ। ਇੱਕ ਪਿਤਾ ਨੇ, ਅਸੀਂ ਕਹਿ ਦਿੰਦੇ ਆ ਨਾ ਵੀ ਮਾਪੇ ਆਪਣੇ ਹੀ ਹੁੰਦੇ ਆ ਜੀ, ਬੇਗਾਨੇ ਬੇਗਾਨੇ ਹੁੰਦੇ। ਮਤ ਭੁਲੇਖਾ ਰੱਖੇ। ਜੇ ਮਾਪੇ ਆਪਣੇ ਸੀ ਤੇ ਹਰਨਾਕਸ਼ ਕੌਣ ਸੀ? ਆਪਣੇ ਹੀ ਪੁੱਤ ਨੂੰ ਜਾਨੋਂ ਮਾਰਨ ਵਾਸਤੇ ਉਹਨੇ ਕੀ ਕੁਝ ਨਹੀਂ ਕੀਤਾ। ਰਿਸ਼ਤੇਦਾਰਾਂ ਦੀ ਜੇ ਗੱਲ ਕਰੀਏ, ਹਰਨਾਕਸ਼ ਦੀ ਭੈਣ ਜੀ ਦਾ ਨਾਮ ਸੀ ਹੋਲਕਾ, ਜਿਹਦੇ ਨਾਂ ਤੋਂ ਭਾਰਤ ਦੇਸ਼ ਵਿੱਚ ਹੋਲੀ ਪ੍ਰਚਲਿਤ ਆ ਨਾ। ਸਕੀ ਭੂਆ ਗੋਦ ਵਿੱਚ ਲੈ ਕੇ ਬੈਠੀ ਸੀ ਸਾੜਨ ਵਾਸਤੇ ਭਤੀਜੇ ਆਪਣੇ, ਵੀ ਜੇ ਇਹ ਸੜ ਜਾਏ ਤੇ ਮੇਰੇ ਭਰਾ ਦੀ ਕੁੱਲ ਖਤਮ ਹੋ ਜਾਏ। ਉਸੇ ਦਿਨ ਤੋਂ ਭੂਆ ਚੰਡਾਲਾਂ ਬਣ ਗਈਆਂ। ਸੱਤ ਜਾਓ ਕਿ ਪਚਨ ਦੇ ਸ਼ਰਾਬ। ਉਸੇ ਦਿਨ ਕੋਈ ਬਿਰਤੀ ਚੱਲੀ ਆਉਂਦੀ। ਅੱਜ ਵੀ ਰਾਖਸ਼ ਭੂਆ ਬੜੀਆਂ ਨੇ, ਸਭ ਦੀਆਂ। ਹਰ ਪਰਿਵਾਰ ਵਿੱਚ ਇੱਕ ਅੱਧੀ ਇਹੋ ਜਿਹੀ ਭੂਆ ਹੁੰਦੀ ਹੋਲਕਾ ਵਰਗੀ, ਜਿਹਨੇ ਸਾਰਾ ਹੀ ਟੱਬਰ ਤਪਾਇਆ ਹੁੰਦਾ ਇੱਧਰੋਂ ਉੱਧਰੋਂ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਰਨਾਕਸ਼ ਦੀ ਭੈਣ ਵੀ ਉਹਦੇ ਵਰਗੀ ਹੰਕਾਰੀ ਸੀ, ਪਰ ਉਹ ਭਗਤੀ ਵੀ ਕਰਦੀ ਸੀ। ਹੁਣ ਹੰਕਾਰੀ ਬੰਦੇ ਨੂੰ ਭਗਤੀ ਰਾਸ ਆਉਂਦੀ ਹੈ ਜੀ, ਉਹ ਤੇ ਭਗਤੀ ਵਾਲਿਆਂ ਦਾ ਦਹਿਨ ਕਰਦਾ ਹੈ। ਤੇ ਪਿਤਾ ਨੇ ਸ਼ਿਵ ਦੀ ਆਰਾਧਨਾ ਕੀਤੀ ਹੈ, ਬ੍ਰਹਮਾ ਦੀ ਆਰਾਧਨਾ ਕੀਤੀ ਹੈ, ਪਰ ਆਪਣੇ ਘਰ ਜੰਮੇ ਰੱਬ ਦੇ ਪਿਆਰੇ ਨੂੰ ਮਾਰਨ ਵਾਸਤੇ ਹਰ ਪਲ ਲੂਝਦਾ ਸੀ। ਕਹਿੰਦੇ ਉਸ ਰਾਖਸ਼ ਹਰਨਾਕਸ਼ ਤੋਂ ਪਰਮੇਸ਼ਰ ਨੇ ਆਪਣੇ ਪਿਆਰੇ ਦੀ ਰੱਖਿਆ ਕੀਤੀ ਹੈ। ਰੱਬ ਕੀ ਭਗਤ ਕਰਹੁ ਮਨ ਲਾਈ
ਭਿਖੋ ਭੀਖਨ ਹੈ ਤਬ ਅਬਿਤਾਈ। ਭਾਈ ਉਹਨੇ ਭਗਤੀ ਮਨ ਲਾ ਕੇ ਕੀਤੀ, ਚਿੱਤ ਲਾ ਕੇ ਕੀਤੀ, ਪਿਤਾ ਤੋਂ ਡਰਿਆ ਨਹੀਂ। 5 ਸਾਲ ਦਾ ਬੱਚਾ ਭਗਤ ਪ੍ਰਹਿਲਾਦ 5 ਸਾਲਾਂ ਦੇ ਨਿਆਣੇ ਤੋਂ ਜੋ ਮਰਜ਼ੀ ਬੁਲਾ ਲਓ, ਥੱਪੜ ਵਿਖਾ ਦਿਓ ਡਰ ਜਾਊਗਾ, ਟਾਫੀ ਵਿਖਾ ਦਿਓ ਲਾਲਚ ਆ ਜਾਊਗਾ, ਪਰ ਉਹ ਨਹੀਂ ਡਰਿਆ। ਸੱਪਾਂ ਦੇ ਕਮਰਿਆਂ ਵਿੱਚ ਰੱਖਣਾ, ਪਾਣੀ ਵਿੱਚ ਡੋਬਣਾ, ਅੱਗ 'ਚ ਬਿਠਾਉਣਾ, ਪਹਾੜ ਤੋਂ ਰੋੜ ਦੇਣਾ, ਹੱਥ ਪੈਰ ਬੰਨ੍ਹ ਕੇ ਦਰਿਆਵਾਂ 'ਚ ਠੇਲ ਦਿੱਤਾ, ਰੋੜ ਦਿੱਤਾ ਵੀ ਡੁੱਬ ਕੇ ਮਰ ਜੂ। ਪਰ ਉਹ ਕਿੱਥੇ ਡਰਦਾ ਜਿਹਦਾ ਰਾਖਾ ਵਾਹਿਗੁਰੂ ਆਪ ਹੋਵੇ। ਰਾਵਣ ਬਿਰਤੀ ਕਰਕੇ ਰਾਖਸ਼ ਸੀ। ਰਾਵਣ ਵਿਦਵਾਨ ਬਹੁਤ ਵੱਡਾ ਸੀ, ਧਾਰਮਿਕ ਬੰਦਾ ਬਹੁਤ ਸੀ, ਬੜੀ ਵੱਡੀ ਹਸਤੀ ਸੀ ਧਾਰਮਿਕ ਖੇਤਰ ਦੀ। ਪਰ ਕਹਿੰਦੇ ਉਹਦੇ ਪਤਨ ਦਾ ਕਾਰਨ ਰਾਮਚੰਦਰ ਬਾਅਦ ਵਿੱਚ ਬਣੇ ਨੇ ਪਹਿਲਾ ਸਕਾ ਭਰਾ। ਸ਼ਾਇਦ ਰਾਵਣ ਨੂੰ ਰਾਮ ਜੀ ਕਦੇ ਨਾ ਮਾਰ ਸਕਦੇ ਜੀ, ਉਹ ਆਪਣੇ ਭਰਾ ਨੂੰ ਦੁਖੀ ਨਾ ਕਰਦਾ। ਭੀਖਨ ਰਾਜ ਗੱਦੀ ਦੀ ਭਾਵਨਾ ਰੱਖਦੇ ਸੀ ਵੀ ਕਦੇ ਤੇ ਮਿਲੂਗੀ, ਪਰ ਜਦ ਨਾ ਮਿਲੀ ਰੱਬ ਨੂੰ ਚੇਤੇ ਕਰਨ ਲੱਗੇ, ਪਰਮਾਤਮਾ ਨੂੰ ਜਪਣ ਲੱਗੇ। ਫਿਰ ਗੁਰਬਾਣੀ ਲਿਖਦੀ ਹੈ ਭੇਦ ਭੀਖਨ ਗੁਰਮੁਖ ਪਰਚਾਇਣ। ਰਾਵਣ ਦਾ ਭਰਾ ਗੁਰਮੁਖ ਹੋਇਆ, ਰੱਬ ਦਾ ਪਿਆਰਾ ਹੋਇਆ, ਉਹ ਰਾਮਚੰਦਰ ਨੂੰ ਆਪਣਾ ਸੱਜਣ ਮੰਨਦਾ ਸੀ, ਰੱਬ ਦਾ ਭੇਜਿਆ ਮਨੁੱਖ। ਪੁਕਾਰਾ ਕਰਦਾ ਸੀ, ਕਹਿੰਦਾ ਮੈਨੂੰ ਮੇਰੇ ਭਰਾ ਦੀ ਕੈਦ ਚੋਂ ਕੱਢ ਲੈ। ਰਾਵਣ ਨੇ ਆਪਣੇ ਭਰਾ ਭੀਖਣ ਨੂੰ ਕੈਦ ਵਿੱਚ ਰੱਖਿਆ ਹੋਇਆ ਸੀ ਵੀ ਇਹ ਮੇਰੇ ਦੁਸ਼ਮਣ ਦੀ ਆਰਾਧਨਾ ਕਰਦਾ ਹੈ, ਉਹਦੀ ਭਗਤੀ ਕਰਦਾ ਏ। ਇਨ ਕੋ ਭਰਾਤ ਹੁਤੋ ਜਗ ਰਾਵਨ, ਹਨਿਉ ਸੋ ਰਾਮਚੰਦ ਜਸ ਪਾਵਨ। ਰਾਮਚੰਦ ਜੀ ਨੇ ਭੀਖਣ ਤੋਂ ਭੇਦ ਲੈ ਕੇ ਰਾਵਣ ਦੀ ਧੁਨੀ ਵਿੱਚ ਤੀਰ ਮਾਰਿਆ ਤੇ ਰਾਵਣ ਨੂੰ ਦੁਨੀਆ ਤੋਂ ਪਾਰ ਬੁਲਾਇਆ। ਪਰ ਇੱਥੇ ਰਾਮ ਜੀ ਨੇ ਕਦੇ ਆਪਣੀ ਸਿਫਤ ਨਹੀਂ ਕੀਤੀ ਵੀ ਮੈਂ ਮਾਰਿਆ। ਉਹ ਕਹਿੰਦੇ ਸਭ ਕਿਰਪਾ ਭੀਖਣ ਦੀ ਸੀ, ਇਸੇ ਕਰਕੇ ਭੀਖਣ ਨੂੰ ਰਾਜ ਗੱਦੀ ਬਖਸ਼ੀ ਹੈ। ਉਹ ਆਪ ਕਹਿੰਦੇ ਆ, ਕਹਿੰਦੇ ਮੈਂ ਕਿੱਥੋਂ ਮਾਰ ਸਕਦਾ ਸੀ, ਜਿਹੜਾ ਮੈਨੂੰ ਲੰਕਾ ਦੇ ਨੇੜੇ ਫਟਕਣ ਦੀ ਜਿਹਨੇ 14 ਸਾਲ ਦਿੱਤਾ, ਕੀ ਕਰ ਸਕਦਾ ਸੀ। ਉਹ ਤੇ ਹਨੂਮਾਨ ਜੀ ਆਉਂਦੇ ਜਾਂਦੇ ਰਹੇ ਆ, ਭੀਖਣ ਨੇ ਸਾਰਾ ਕੁਝ ਦੱਸਿਆ, ਅੰਦਰ ਦਾ ਭੇਦ ਦਿੱਤਾ ਵੀ ਇਹਨੂੰ ਕੋਈ ਨਹੀਂ ਮਾਰ ਸਕਦਾ, ਇਹਨੇ ਵਰ ਲਏ ਹੋਏ ਨੇ, ਜੇ ਇਹਨੂੰ ਮਾਰਨਾ ਤੇ ਇੱਥੇ ਤੀਰ ਮਾਰੋ, ਅੰਮ੍ਰਿਤ ਦਾ ਕੁੰਡ ਖਾਲੀ ਕਰੋ। ਇਹਦੀ ਧੁਨੀ ਵਿੱਚ ਇਹਦੇ ਪ੍ਰਾਣ ਹਨ, ਇਹਦੀ ਜ਼ਿੰਦਗੀ ਹੈ, ਇਹਦੇ ਬਚਨ ਨੇ ਬਹੁਤ ਕਾਬੂ ਕੀਤੀ। ਕਹਿੰਦੇ ਜਿਸ ਭੀਖਣ ਨੇ ਭੇਦ ਦਿੱਤਾ ਨਾ, ਉਹ ਰੱਬ ਨੂੰ ਚੇਤੇ ਕਰਨ ਵਾਲਾ ਸੀ ਤੇ ਰਾਮ ਜੀ ਉਹਦਾ ਸਤਿਕਾਰ ਕਰਦੇ ਸੀ। ਇਹ ਪਰਮੇਸ਼ਰ ਨੂੰ ਮੰਨਦਾ ਹੈ, ਹਰੀ ਹਰੀ ਜਪਦਾ ਹੈ, ਤੇ ਕਹਿੰਦੇ ਰਾਜ ਲੈ ਕੇ ਭਗਤ ਪ੍ਰਹਿਲਾਦ ਨੇ ਰਾਜ ਕੀਤਾ ਤੇ ਅੱਜ ਵੀ ਕਰ ਰਹੇ ਨੇ। 36,000 ਵਰੇ ਦਾ ਰਾਜ ਭਗਤ ਪ੍ਰਹਿਲਾਦ ਜੀ ਦਾ ਏ, ਭਗਤ ਧਰੂ ਜੀ ਦਾ ਏ। ਆਉਣ ਵਾਲੀ ਕਥਾ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਦੇਸ਼ਾਂ 'ਚ ਜਾਣਗੇ, ਬ੍ਰਹਿਮੰਡਾਂ 'ਚ ਜਿੱਥੇ ਪੁਰੀਆਂ ਨੇ। ਅੱਜ ਵੀ ਸਾਡੇ ਭਾਰਤ ਦੇਸ਼ ਵਿੱਚ ਧਰੂ ਤਾਰਾ ਕੌਣ ਨਹੀਂ ਜਾਣਦਾ। ਬਜ਼ੁਰਗਾਂ ਨੂੰ ਪੁੱਛ ਕੇ ਵੇਖੋ ਧਰੂ ਤਾਰਾ ਕੌਣ ਹੈ। ਉਹ ਇੱਕ ਦੇਸ਼ ਹੈ, ਇੱਕ ਮੰਡਲ ਹੈ, ਜਿੱਥੇ ਅੱਜ ਵੀ ਉਹਨਾਂ ਦਾ ਰਾਜ ਸਦਾ ਰਾਜ ਹੈ, ਨਿਸ਼ਚਲ ਰਾਜ ਹੈ, ਕਿਉਂਕਿ ਉਹ ਰੱਬ ਨੂੰ ਮੰਨਣ ਵਾਲੇ। ਮਰਦ ਕਹਿੰਦੇ ਇਸੇ ਤਰ੍ਹਾਂ ਰਾਵਣ ਰਾਖਸ਼ ਦੇ ਕੋਲੋਂ ਰਾਜ ਖੋ ਕੇ ਭੀਖਣ ਨੂੰ ਬਖਸ਼ਿਆ ਏ। ਆਪਨੋ ਭਗਤ ਭੀਖਨ ਜਾਨਾ, ਲੰਕ ਰਾਜ ਦੇ ਅਮਰ ਕਰਾਨਾ। ਬੇਸ਼ੱਕ ਭੀਖਣ ਨੇ ਰੱਬ ਨੂੰ ਜਪਣ ਵੇਲੇ ਰਾਜ ਭਾਗ ਦੀ ਇੱਛਾ ਛੱਡ ਦਿੱਤੀ ਸੀ, ਪਰ ਰਾਮ ਜੀ ਨੇ ਵੇਖਿਆ ਵੀ ਹੁਣ ਰਾਜ ਕਰੇਗਾ ਕੌਣ। ਧਰਮੀ ਬੰਦੇ ਨੂੰ ਰਾਜ ਦੇਣਾ ਪੈਣਾ। ਜੇ ਰਾਵਣ ਦੇ ਪੁੱਤਾਂ ਨੂੰ ਦੇਤਾ ਰਾਜ, ਕਿਸੇ ਹੋਰ ਨੂੰ ਦੇਤਾ, ਫਿਰ ਉਹੀ ਕੰਮ ਕਰਨਗੇ। ਕਹਿੰਦੇ ਗੁਰਮੁਖ ਭੀਖਣ ਨੂੰ ਸ਼੍ਰੀਲੰਕਾ ਦਾ ਰਾਜ ਬਖਸ਼ਿਆ ਤੇ ਉਹਨੇ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਦੇਵਤ ਬਿਰਤੀ ਨਾਲ ਉਥੋਂ ਦਾ ਰਾਜ ਸ਼ਾਸਨ ਕੀਤਾ ਏ। ਤਿਨ ਕੀ ਦਿਸ਼ ਦੇਖੋ ਬਿਦ ਨੀਕੇ, ਤੁਮ ਕੀ ਕਰਿਓ ਭਾਵਨ ਜੀ ਕੀ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਰਸਨਾ ਤੋਂ ਕਹਿੰਦੇ ਦੇਵਦੂਤ ਭਾਈ ਆ ਵੀ ਰਾਖਸ਼ ਸੀ ਤੇ ਆ ਰਾਖਸ਼ਾਂ ਦੇ ਪਰਿਵਾਰ ਦੇ ਬੱਚੇ ਸੀ। ਤੂੰ ਆਪ ਵੇਖ ਲੈ ਹੁਣ ਕਿਹੜੇ ਰਾਹ ਚੱਲਣ, ਹਰਨਾਕਸ਼ ਵਾਲੇ, ਰਾਵਣ ਵਾਲੇ, ਜਾਂ ਪ੍ਰਹਿਲਾਦ ਜਾਂ ਭੀਖਣ ਵਾਲੇ। ਜਦੋਂ ਦੇਵਦੂਤ ਨੇ ਉਹ ਕਥਾ ਸੁਣੀ ਨਾ ਆਪਣੇ ਵੱਡਿਆਂ ਦੀ, ਵੱਡੇ ਰਾਖਸ਼ ਸੀ, ਕਿਤੇ ਨਾ ਕਿਤੇ ਮਨ ਨੂੰ ਠੋਕਰ ਵੱਜੀ। ਮਨਾ ਮੇਰਿਆ, ਜੇ ਰਾਖਸ਼ਾਂ ਦੇ ਘਰੇ ਦੇਵਤੇ ਜੰਮ ਸਕਦੇ ਆ, ਰੱਬ ਉਹਨਾਂ ਨਾਲ ਖੜ ਸਕਦਾ ਹੈ, ਅਸੀਂ ਕਿਹੜਾ ਰੱਬ ਦੇ ਮਾਂ ਮਾਰੇ ਹੋਏ, ਅਸੀਂ ਕਿਉਂ ਨਹੀਂ ਜੰਮ ਸਕਦੇ। ਅੱਜ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਦੇ ਰਹੇ ਨੇ,
ਉਹਨਾਂ ਦਾ ਤੇ ਵੈਸੇ ਹੀ ਭਲਾ ਹੋਇਆ ਏ। ਇਹ ਅਗਤੇ ਰਾਖਿਸ਼ ਤਨ ਪਾਏ, ਅਬ ਕੂ ਕਰਮ ਜਲੇ ਹੋ ਕਮਾਏ। ਮਰਦ ਕਹਿੰਦੇ ਪਹਿਲਾਂ ਪਤਾ ਨਹੀਂ ਕਿਹੜੇ ਪਾਪ ਕਰਕੇ ਤੁਸੀਂ ਰਾਖਸ਼ਾਂ ਦੀ ਜੂਨ ਪਾ ਲਈ, ਆ ਜਨਮ ਪਾ ਲਿਆ, ਬਿਰਤੀ ਪਾ ਲਈ, ਅਜੇ ਵੀ ਤੁਹਾਡੇ ਕੋਲ ਸਮਾਂ ਹੈ ਤੋਂ ਖਹਿੜਾ ਛੁਡਾ ਲਓ, ਨਾ ਹੋਰ ਕਰਮ ਕਰੋ। ਹੰਕਾਰੀ ਬੰਦਾ ਪਤਾ ਨਹੀਂ ਕਿਹੜੇ ਆ ਪਾਪਾਂ ਕਰਕੇ ਮਨੁੱਖਾ ਜਨਮ ਵਿੱਚ ਆ ਕੇ ਤਪਦਾ ਫਿਰਦਾ, ਪਰ ਹਟਦਾ ਫਿਰ ਵੀ ਨਹੀਂ ਹੁੰਦਾ। ਜਿੰਨੇ ਕੋ ਨੇ ਪਾਪ ਬੀਤੇ ਆ, ਜਿੰਨੇ ਕੋ ਨੇ ਕਰਮ ਮਾੜੇ ਕੀਤੇ ਹੁੰਦੇ ਆ, ਉਹਨਾਂ ਕਰਮਾਂ ਨੂੰ ਕਵਰ ਕਰਨ ਵਾਸਤੇ ਹੋਰ ਮਾੜੇ ਕਰਮ ਕਰਦੇ। ਅੱਜ ਦਾ ਅੰਮ੍ਰਿਤ ਬਚਨ ਆਉਣਾ ਨਾ, ਕਤਕ ਕਰਮ ਕਮਾਵੜੀ ਦੋਸ਼ ਨਾ ਕਰ। ਆਪਣੇ ਕਰਮਾਂ ਦੀ ਫਲਸਫੀ ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ ਹੁਣ ਤੁਹਾਡੇ ਹੱਥ ਹੈ, ਰਾਖਸ਼ਾਂ ਵਾਲੇ ਕਰਮ ਕਰਨੇ ਜਾਂ ਭਲੇ ਮਨੁੱਖਾਂ ਵਾਲੇ। ਆਵੋ ਨਰਕ ਜਾਏ ਦੁਖ ਭਾਰੇ, ਤੇ ਕੋਈ ਨਾ ਸਕੈ ਉਬਾਰੀ। ਭਾਈ ਜੇ ਬਿਰਤੀ ਰਾਖਸ਼ਾਂ ਵਾਲੀ ਰੱਖਣੀ ਹੈ, ਮਾਸ ਖਾਣਾ ਹੈ, ਸ਼ਰਾਬ ਪੀਣੀ ਹੈ, ਬੁਰਾ ਕਰਨਾ ਹੈ, ਹੱਤਿਆ ਕਰਨੀ ਹੈ, ਸਤਿਗੁਰ ਕਹਿੰਦੇ ਜਿਉਂਦੇ ਵੀ ਨਰਕ ਜ਼ਿੰਦਗੀ ਆ ਤੇ ਮਰਿਆਂ ਵੀ ਜਮਦੂਤ ਤੇ ਨਰਕ ਮਿਲਣੇ। ਕਦੇ ਇਹੋ ਜਿਹੇ ਲੋਕਾਂ ਦੀ ਜ਼ਿੰਦਗੀ ਵੇਖਿਓ ਜਿਹੜੇ ਹੰਕਾਰੀ ਨੇ ਤੇ ਮਾੜੇ ਕਰਮ ਕਰਦੇ ਆ, ਇੱਕ ਮਿੰਟ ਦਾ ਵੀ ਸਕੂਨ ਉਹਨਾਂ ਦੇ ਜੀਵਨ ਵਿੱਚ ਨਹੀਂ ਹੁੰਦਾ। ਭਾਵੇਂ ਅਮੀਰ ਹੋਣ, ਪੈਸੇ ਵਾਲੇ ਹੋਣ, ਪਰ ਦੁਖੀ ਬਹੁਤ ਹੁੰਦੇ, ਪਰੇਸ਼ਾਨ ਨੇ ਹਰ ਪਲ। ਗੁਰੂ ਬਾਬਾ ਜੀ ਕਹਿੰਦੇ ਤੇ ਤੁਹਾਡੀ ਆਪਣੀ ਖੇਤੀ ਹੈ ਜੀਵਨ ਦੀ, ਕੀ ਕਰਨਾ ਕੀ ਨਹੀਂ ਕਰਨਾ। ਕਹਿੰਦੇ ਦੇਵਲੂਤ ਦੇ ਸਮੇਤ ਜਿੰਨੇ ਰਾਖਸ਼ ਬੈਠੇ ਸੀ, ਸਭ ਨੇ ਨੀਵੀਆਂ ਪਾ ਲਈਆਂ ਨੇ। ਅਜਹੋ ਤਾਮਸੀ ਬ੍ਰਿਤ ਦੁਖਾਰੇ, ਕਰਿਓ ਭਗਤ ਕਰਤਾਰ ਸੁਖਾਰੇ। ਮਰਦ ਕਹਿੰਦੇ ਭਗਤੀ ਕਰਤਾਰ ਪਰਮਾਤਮਾ ਦੀ ਕਰੋ ਤੇ ਤਾਮਸੀ ਬਿਰਤੀ ਛੱਡ ਦਿਓ, ਸੋਚਣਾ ਵੀ ਨਹੀਂ ਬੁਰਾ। ਕਹਿੰਦੇ ਜੀ ਸੱਚ ਦੱਸੋ। ਉਹ ਨਾਈ ਨਹੀਂ ਪੁੱਛਿਆ, ਮਰਦ ਤੁਸੀਂ ਮਾਸ ਤੇ ਸਾਡਾ ਛਡਾਤਾ ਰਾਖਸ਼ਾਂ ਦਾ, ਹੁਣ ਕੀ ਖਾਇਆ ਕਰੀਏ, ਨਹੀਂ ਪੁੱਛਿਆ। ਕਿਉਂਕਿ ਜਿੱਦਣੋਂ ਭਗਤੀ ਕਰਨਗੇ ਅੰਦਰੋਂ ਗਿਆਨ ਹੋ ਜਾਣਾ, ਸਮਝ ਆਉਣੀ ਆ ਵੀ ਕੀ ਖਾਣਾ ਕੀ ਨਹੀਂ ਖਾਣਾ। ਕੀ ਅੱਜ ਸਾਨੂੰ ਪਤਾ ਨਹੀਂ ਖਾਣ ਵਾਲਾ ਕੀ ਹੈ ਤੇ ਨਾ ਖਾਣ ਵਾਲਾ ਕੀ ਹੈ, ਹਰ ਬੰਦੇ ਨੂੰ। ਸ਼ਰਾਬ ਦੀਆਂ ਬੋਤਲਾਂ ਤੇ ਲਿਖਿਆ ਭਾਈ ਇਹ ਸਿਹਤ ਲਈ ਹਾਨੀਕਾਰਕ ਹੈ। ਕਿਤੇ ਕੋਈ ਮੂਵੀ ਚੱਲਦੀ ਆ ਨਾ, ਕੋਈ ਫਿਲਮ ਪੰਜਾਬੀ, ਅੰਗਰੇਜ਼ੀ, ਹਿੰਦੀ ਕੋਈ ਹੋਵੇ, ਜਦੋਂ ਕੋਈ ਇਹੋ ਜਿਹਾ ਸੀਨ ਆਏਗਾ ਉੱਥੇ ਲਿਖਿਆ ਹੋਏਗਾ ਵੀ ਤੰਬਾਕੂ ਅਤੇ ਸ਼ਰਾਬ ਸਿਹਤ ਲਈ ਹਾਨੀਕਾਰਕ, ਬਾਹਰ ਵੀ ਲਿਖਿਆ। ਪਰ ਲਿਖਿਆ ਪੜ੍ਹ ਕੇ ਵੀ ਵੱਡੇ ਵੱਡੇ ਅੱਖਰਾਂ ਵਿੱਚ ਬੰਦਾ ਪੀਣਾ ਪਸੰਦ ਕਰਦਾ, ਵਿਅਕਤੀ ਦਾ। ਪਰ ਇੱਥੇ ਮਰਦ ਨੇ ਸਮਝਾ, ਕਹਿੰਦੇ ਆਪੀ ਸਮਝ ਆ ਜਾਣੀ ਤੁਹਾਨੂੰ। ਹੁਣ ਜਿਹਨੂੰ ਸਮਝ ਆ ਗਈ ਜੀ ਉਹ ਛੱਡ ਦਿੰਦਾ ਹੈ ਮਾੜੀਆਂ ਚੀਜ਼ਾਂ, ਕਹਿੰਦਾ ਯਾਰ ਜਿਹੜੀ ਚੀਜ਼ ਕਰਕੇ ਘਰ 'ਚ ਕਲੇਸ਼ ਰਹਿੰਦਾ ਤੇ ਮੈਂ ਹੱਥ ਕਿਉਂ ਲਾਵਾਂ। ਸਿਆਣਾ ਵੀ ਜਿਸ ਗੱਲ ਕਰਕੇ ਘਰ 'ਚ ਰੋਜ਼ ਲੜਾਈ ਹੈ, ਰੋਜ਼ ਬਦਨਾਮੀ ਹੈ, ਰੋਜ਼ ਬੇਇੱਜ਼ਤ ਹੋਣਾ ਪੈਂਦਾ ਏ, ਮੈਂ ਉਹ ਤੋਂ ਲੈਣਾ ਕੀ ਹੈ। ਨਾਲੇ ਆਪਣਾ ਨੁਕਸਾਨ, ਨਾਲੇ ਇੱਜ਼ਤ ਗਵਾਈ। ਪਰ ਸਮਝਦਾਰ ਤੇ ਛੱਡ ਦੇਗਾ, ਹੰਕਾਰਿਆ ਹੋਇਆ ਡਬਲ ਕਰਕੇ ਹੋਣਾ। ਇਹਨਾਂ ਰਾਖਸ਼ਾਂ ਨੂੰ ਅੱਜ ਸਮਝ ਆ ਗਈ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ। ਮਰਦ ਕਹਿੰਦੇ ਕਿੰਨਾ ਕੁਝ ਪਰਮਾਤਮਾ ਨੇ ਬਣਾਇਆ ਹੈ, ਫਲ ਫੁੱਲ ਕੰਦ ਮੂਲ ਜੰਗਲਾਂ ਦੇ ਵਿੱਚ, ਹਰ ਪ੍ਰਕਾਰ ਦੀ ਵਸਤੂ ਪਰਮੇਸ਼ਰ ਨੇ ਮਨੁੱਖ ਲਈ ਸਾਜੀ ਹੋਈ ਹੈ। ਮਤ ਸਰੋਣ ਹੁਮੈ ਤਜ ਬੋਲਾ, ਆਬਿਓ ਤੁਮ ਅਨਸਾਰ ਅਡੋਲਾ। ਰਾਖਸ਼ਾਂ ਦਾ ਰਾਜਾ ਦੇਵਲੂਤ ਹੱਥ ਜੋੜ ਕੇ ਕਹਿੰਦਾ ਸਾਹਿਬ ਜੀ ਅੱਜ ਤੋਂ ਬਾਅਦ ਮੈਂ ਆਪ ਜੀ ਦੇ ਅਨੁਸਾਰ ਹੀ ਚੱਲਾਂਗਾ, ਕਿਉਂਕਿ ਉਹਨੇ ਆਪਣੀ ਹਉਮੈ ਗਵਾ ਲਈ। ਸਭ ਤੋਂ ਵੱਡਾ ਜ਼ਿੰਦਗੀ 'ਚ ਇੱਕੋ ਹੀ ਪਵਾੜ ਹੈ ਬੰਦੇ ਦੀ ਹਉਮੈ। ਇਹ ਨਿਕਲ ਜੇ ਨਾ ਬੰਦਾ ਦੇਵਤਾ ਏ। ਪਰ ਇਹੀ ਤੇ ਜਾਂਦੀ ਨਹੀਂ, ਇਹ ਤੇ ਮੜੀਆਂ ਤੱਕ ਰਹਿੰਦੀ ਹੈ, ਨਹੀਂ ਜਾਂਦੀ। ਗੁਰੂ ਬਾਬਾ ਜੀ ਦੇ ਬਚਨ ਸੁਣ ਕੇ ਦੇਵਲੂਤ ਆਖਣ ਲੱਗਿਆ ਸਾਹਿਬ ਜੀ ਆਪ ਜੀ ਦੀ ਕਿਰਪਾ ਸਦਕਾ ਤੁਹਾਡੇ ਦਰਸ਼ਨਾਂ ਤੇ ਤੁਹਾਡੇ ਬਚਨਾਂ ਨੇ ਮੇਰੀ ਹਉਮੈ ਮਾਰ ਮੁਕਾਈ ਹੈ। ਦਰਸ਼ਨ ਕਰਤ ਪਾਪ ਮਤ ਭਾਗੇ, ਸੁਣ ਕੇ ਬਚਨ ਨਾਮ ਲਿਵ ਲਾਗੀ। ਆਪ ਜੀ ਦੇ ਬਚਨਾਂ ਨੂੰ ਸੁਣ ਕੇ ਨਾਮ ਨਾਲ ਲਿਵ ਲੱਗ ਗਈ ਤੇ ਪਾਪਾਂ ਵਾਲੀ ਮੱਤ ਚਲੀ ਗਈ। ਇਹ ਮੱਤ ਹੈ ਬੰਦੇ ਦੀ, ਆਪਣਾ ਆਪਣਾ ਮੱਤ ਹੁੰਦਾ ਹੈ, ਆਪਣਾ ਆਪਣਾ ਕੀਤਾ ਤੇ ਆਪਣੀ ਆਪਣੀ ਸੋਚ ਹੁੰਦੀ ਹੈ। ਕਹਿੰਦੇ ਪਾਤਸ਼ਾਹ ਹੁਣ ਮੇਰੀ ਮੱਤ ਮਲੀਨ ਨਹੀਂ ਹੈ, ਮੇਰਾ ਮਨ, ਮੇਰੀ ਮੱਤ, ਮੇਰੀ ਬੁੱਧ ਅੱਜ ਉਜਲ ਹੋ ਗਈ। ਤੁਮਰੇ ਚਰਨਨ ਮਨ ਅਨੁਰਾਗਾ,
ਭਇਓ ਆਜ ਤੇ ਮੈਂ ਵਡ ਭਾਗਾ। ਦੋਨੇ ਹੱਥ ਜੋੜ ਸਤਿਗੁਰਾਂ ਦੇ ਸਨਮੁਖ ਖੜਾ ਹੋ ਕੇ ਰਾਖਸ਼ ਕਹਿੰਦਾ, ਮਹਾਰਾਜ ਅੱਜ ਤੋਂ ਬਾਅਦ ਮੈਂ ਤੁਹਾਡੇ ਚਰਨਾਂ ਦਾ ਗੋਲਾ ਸੇਵਕ, ਮੈਨੂੰ ਆਪਣੀ ਰਜਾ 'ਚ ਰੱਖਿਓ, ਆਪਣੇ ਹੁਕਮ 'ਚ ਰੱਖਿਓ, ਮੈਂ ਕਦੇ ਵੀ ਤੁਹਾਨੂੰ ਵਿਸਰਾ ਨਾ ਵਿਸਾਰਾ ਨਾ, ਹਰ ਵੇਲੇ ਮੈਨੂੰ ਵਾਹਿਗੁਰੂ ਚੇਤੇ ਆਵੇ। ਆਖੋ ਸਤਿਨਾਮ, ਅਸੀਸ ਮੰਗ ਰਿਹਾ। ਬਾਕੀ ਰਾਖਸ਼ ਸਿਰ ਹਿਲਾ ਰਹੇ ਨੇ, ਕਿਉਂਕਿ ਜੇ ਰਾਜਾ ਧਰਮੀ ਤੇ ਬਾਕੀ ਵੀ ਹੋਣਗੇ। ਕਹਿੰਦਾ ਮਹਾਰਾਜ ਮੈਨੂੰ ਨਾਮ ਪਿਆਰਾ ਲੱਗਦਾ ਹੈ, ਇਸ ਤੋਂ ਪਹਿਲਾਂ ਨਹੀਂ ਸੀ ਲੱਗਦਾ, ਪਹਿਲਾਂ ਤਾਂ ਮੈਂ ਰੱਬ ਨੂੰ ਵੀ ਨਹੀਂ ਸੀ ਮੰਨਦਾ, ਤੁਹਾਡੇ ਦਰਸ਼ਨਾਂ ਤੋਂ ਬਾਅਦ ਮੈਨੂੰ ਆਪਣੇ ਆਪ ਦੀ ਸੋਝੀ ਆਈ ਹੈ। ਹੁਣੇ ਸਿਰਿ ਅੰਗਦ ਮੁਝ ਤਾਈ, ਅਸਨ ਕਰਨ ਗੁਰ ਗਿਰਾ ਆਲਾਈ। ਜਦੋਂ ਕਹਿੰਦੇ ਦੇਵਦੂਤ ਨੇ ਸਤਿਗੁਰਾਂ ਦੀ ਸਿੱਖੀ ਧਾਰਨ ਕਰ ਲਈ, ਚਰਨਾਮ੍ਰਿਤ ਲੈ ਲਿਆ, ਰਾਖਸ਼ਾਂ ਨੇ ਦੇਵਤੇ ਬਣ ਗਏ, ਅੱਜ ਚੰਗੇ ਮਨੁੱਖ ਬਣ ਗਏ। ਤੇ ਗੁਰੂ ਬਾਬਾ ਜੀ ਨੇ ਮੈਨੂੰ ਹੁਕਮ ਕੀਤਾ, ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਭਾਈ ਬਾਲਾ ਜੀ ਸੁਣਾਉਂਦੇ ਆ, ਕਹਿੰਦੇ ਸਾਹਿਬ ਜੀ, ਗੁਰੂ ਨਾਨਕ ਸਾਹਿਬ ਆਖਣ ਲੱਗੇ, ਭਾਈ ਬਾਲਿਆ ਚੱਕੋ ਫਿਰ ਭੋਜਨ ਪ੍ਰਵਾਨ ਕਰੋ। ਜੋ ਮਿੱਠੇ ਮਿੱਠੇ ਫਲ ਸੀ ਨਾ, ਬੜੀ ਸ਼ਰਧਾ ਤੇ ਭਾਵਨਾ ਨਾਲ ਲੈ ਕੇ ਆਏ, ਲੈ ਕੇ ਤੇ ਸ਼ਰਧਾ ਨਾਲ ਆਏ ਸੀ, ਪਰ ਜੇ ਉਹ ਸ਼ਰਧਾ ਨਾਲ ਲੈ ਕੇ ਵੀ ਆਇਆ ਤੇ ਉਹ ਤੋਂ ਬਾਅਦ ਫੇਰ ਬਿਰਤੀ ਉਹੀ ਹੈ ਵੀ ਜੀਵਾਂ ਨੂੰ ਮਾਰਨਾ ਖਾਣਾ, ਫਿਰ ਕੀ ਹੁੰਦਾ। ਸ਼ਰਧਾ ਤੇ ਇੱਕ ਨਾਸਤਿਕ ਬੰਦੇ ਦੀ ਵੀ ਕਦੇ ਕਦੇ ਹੁੰਦੀ ਹੈ। ਕਈ ਵਾਰ ਪਾਪੀ ਬੰਦਾ ਵੀ, ਮਾੜੇ ਕੰਮ ਕਰਨ ਵਾਲਾ, ਧਾਰਮਿਕ ਥਾਂ ਤੇ ਮੱਥਾ ਟੇਕਣ ਲੱਗੇ ਨਾ, ਅੱਖਾਂ ਭਰੀ ਫਿਰਦਾ ਹੁੰਦਾ, ਪਰ ਉਹ ਥੋੜੇ ਸਮੇਂ ਲਈ ਹੁੰਦਾ, ਬਾਹਰ ਫਿਰ ਉਹੀ। ਅੱਜ ਮਹਾਰਾਜ ਨੇ ਕਿਉਂ ਕਿਹਾ ਵੀ ਜੀਵਨ ਬਦਲੋ, ਪਹਿਲਾਂ ਆਪਣਾ ਗਰੰਟੀ ਦੇ ਦਿਓ ਵੀ ਨਾਮ ਜਪੋਗੇ। ਕਹਿੰਦੇ ਜੀ ਸਭ ਗੁਰੂ ਬਾਬਾ ਜੀ ਨੇ ਇਸ਼ਾਰਾ ਕੀਤਾ, ਕਹਿੰਦੇ ਉਹ ਜੋ ਸਾਹਮਣੇ ਫਲ ਪਏ ਸੀ ਮਿੱਠੇ ਪੱਕੇ, ਮੇਰੇ ਸਾਹਮਣੇ ਉਹਨਾਂ ਨੇ ਕੀਤੇ। ਸਾਹਿਬ ਕਹਿੰਦੇ ਬਾਲਿਆ ਛਕ ਲਓ, ਆਪ ਛਕੋ ਤੇ ਸਭ ਨੂੰ ਵਰਤਾ ਦਿਓ। ਇਹ ਛਿਨ ਕੀਨ ਆਹਾਰ ਤਿਆਰਾ, ਅਚਨ ਲੱਗੇ ਰੂਪ ਕਰਤਾਰਾ। ਕੱਚਾ ਪੱਕਾ ਭੋਜਨ ਸਤਿਗੁਰਾਂ ਦੇ ਸਨਮੁਖ ਰੱਖਿਆ, ਕੁਝ ਭੋਜਨ ਤਿਆਰ ਵੀ ਕੀਤਾ ਉਹਨਾਂ ਨੇ ਅਨਾਜ ਤੋਂ। ਸਭ ਤੋਂ ਪਹਿਲਾਂ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਚਖਿਆ, ਆਪ ਛਕਿਆ। ਕੈਸੀ ਕੈਸੀ ਦੁਨੀਆ 'ਚ ਗੁਰੂ ਸਾਹਿਬ ਵਿਚਰਦੇ ਰਹੇ। ਅਸੀਂ ਤੇ ਸਿਰਫ ਤਸਵੀਰਾਂ ਵਿਖਾ ਕੇ ਕਹਿਤਾ ਵੀ ਬਾਬਾ ਜੀ ਤੇ ਕਦੇ ਭੋਰੇ ਤੋਂ ਬਾਹਰ ਹੀ ਨਹੀਂ ਆਏ, ਨਹੀਂ, ਕੁੱਲ ਕਾਇਨਾਤ ਦਾ ਗੇੜਾ ਲਾਇਆ, ਸ੍ਰਿਸ਼ਟੀ ਦਾ ਆਗਮਨ ਕੀਤਾ ਉਹਨਾਂ ਨੇ, ਗਮਨ ਕੀਤਾ। ਅੱਜ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਸਨਾ ਨਾਲ ਆਪ ਭੋਜਨ ਛਕਿਆ। ਕਹਿੰਦੇ ਇੰਨੇ ਖੁਸ਼, ਇੰਨੇ ਆਨੰਦ ਦੇ ਨਾਲ ਉਹ ਭੋਜਨ ਕਰਦੇ ਨੇ। ਰਾਖਸ਼ ਰਾਜ ਸਚਵ ਨਿਜ ਲੀਨੇ, ਬੈਸਿਓ ਪਾਸ ਤਹਾਂ ਰੋਸ ਪੀਨੇ। ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਦਾ ਬਚਨ ਮੰਨ ਕੇ ਸਾਰੇ ਰਾਖਸ਼ਾਂ 'ਚ ਫਲ ਵੰਡੇ। ਕਹਿੰਦੇ ਜੀ ਸਭ ਦੇ ਬੜੀ ਸ਼ਰਧਾ ਨਾਲ ਜੋ ਫਲ ਛਕੇ, ਫਲ ਅੱਗੇ ਵੀ ਲੱਗੇ ਸੀ, ਸਾਰੀ ਨਹੀਂ ਸੀ ਕਦੇ ਤੋੜੇ ਨਹੀਂ ਖਾਦੇ, ਕਿਉਂਕਿ ਜਿਹਨੇ ਮਾਸ ਖਾਣਾ ਉਹਦੇ ਲਈ ਫਰੂਟ ਕੀ ਚੀਜ਼ ਹੈ, ਸੁਭਾਵਿਕ ਗੱਲ ਹੈ ਜੀ। ਜਿਹੜਾ ਬੰਦਾ ਸ਼ਰਾਬ ਪੀਂਦਾ ਉਹਨੂੰ ਦੁੱਧ ਤੇ ਲੱਸੀ ਦੇ ਦਿਓ, ਕਹਿੰਦਾ ਯਾਰ ਮੈਂ ਤੋਂ ਕੀ ਲੈਣਾ, ਅੱਗੇ ਲੈਣਾ, ਬੋਤਲ ਲਿਆ, ਸੁਭਾਵਿਕ ਆ ਨਾ। ਜਿਨ੍ਹਾਂ ਰਾਖਸ਼ਾਂ ਨੇ ਕਦੇ ਫਲ ਨਹੀਂ ਖਾਦੇ, ਕਦੇ ਭੋਜਨ ਨਹੀਂ ਕੀਤਾ, ਭਾਈ ਬਾਲਾ ਜੀ ਕਹਿੰਦੇ ਜਿਸ ਵੇਲੇ ਅਸੀਂ ਵੰਡਿਆ, ਉਹ ਰਾਖਸ਼ ਲੋਕ ਕਹਿੰਦੇ ਦੇਵਤਿਆਂ ਦੇ ਵਾਂਗ ਬੈਠ ਕੇ ਅੱਜ ਭੋਜਨ ਛਕਦੇ ਨੇ। ਅਰਧ ਖਾਏ ਦੀਨੋ ਤਿਨ ਤਾਈ, ਆਏ ਸਮਾਨ ਲੀਨ ਮੁਖ ਪਾਈ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਜੰਗਲਾਂ ਵਿੱਚ ਬੈਠੇ ਨੇ, ਜੰਗਲਾਂ ਬੇਲਿਆਂ 'ਚ ਬੈਠੇ ਆ, ਸੁਭਾਵਿਕ ਸਤਿਗੁਰਾਂ ਨੇ ਅੱਧਾ ਭੋਜਨ ਥਾਲ ਵਿੱਚ ਛੱਡਿਆ। ਦੇਵਦੂਤ ਰਾਖਸ਼ ਨੂੰ ਇਸ਼ਾਰਾ ਕੀਤਾ ਜੋ ਇਹਨਾਂ ਦਾ ਰਾਜਾ ਹੈ, ਮਹਾਰਾਜ ਦੇ ਛਕ ਲਿਆ। ਉਹਨੂੰ ਬਹੁਤ ਚੰਗਾ ਲੱਗਾ ਵੀ ਇੰਨੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਆਪਣਾ ਸੀਤ ਪ੍ਰਸ਼ਾਦ ਦੇ ਰਹੇ ਆ। ਕਹਿੰਦੇ ਜੀ ਉਹ ਸਤਿਗੁਰਾਂ ਦੇ ਸਨਮੁਖ ਹੱਥ ਕਰਕੇ ਉਹਨੇ ਉਹ ਜੋ ਪੱਤਲ ਸੀ ਥਾਲ ਬਣਿਆ ਹੋਇਆ ਪੱਤਿਆਂ ਦਾ ਸਾਹਮਣੇ ਰੱਖ ਦਿੱਤਾ। ਗੁਰੂ ਬਾਬਾ ਜੀ ਨੇ ਇਸ਼ਾਰਾ ਕੀਤਾ ਛਕ ਲੈ। ਕਹਿੰਦੇ ਬੜੀ ਸ਼ਰਧਾ, ਪ੍ਰੇਮ ਅਤੇ ਸਤਿਕਾਰ ਦੇ ਨਾਲ ਰਾਜੇ ਦੇਵਦੂਤ ਨੇ ਰਾਖਸ਼ ਨੇ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਛਕਿਆ ਏ। ਆਵਤ ਹੀ ਖੁੱਲ ਗਏ ਕਪਾਟਾ, ਚਰੰਕਾਲ ਪਰਮ ਪੜਦਾ ਪਾਟਾ। ਇੱਕ ਭੋਜਨ ਦੀ ਬੁਰਕੀ ਛਕੀ, ਗਰਾਹੀ ਛਕੀ, ਫੜਦੀ, ਕਹਿੰਦੇ ਕਪਾਟ ਖੁੱਲ ਗਏ, ਨੇਤਰ ਕੀਤੇ ਬੰਦ, ਸੋਝੀ ਆ ਗਈ, ਪੂਰੀ ਸ੍ਰਿਸ਼ਟੀ ਦਿਸ ਰਹੀ ਹੈ, ਸੰਸਾਰ ਦਿਸਦਾ ਹੈ, ਆਪਣੇ ਪਿਛਲੇ ਕਰਮ, ਪਿਛਲੇ ਜਨਮ ਨਜ਼ਰੇ ਆਉਂਦੇ ਨੇ। ਮੁਕਤ ਜੋਗ ਹੈ ਵਗੇ ਤੇ ਕਾਲਾ,
ਇੱਕ ਮੰਤਰੀ ਪੁੰਨ ਦੁਤੀਆ ਭਵਾਲਾ। ਫੇਰ ਉਹਨੇ ਉਹ ਥਾਲ ਆਪਣੇ ਮੰਤਰੀ ਅੱਗੇ ਕਰਤਾ, ਕਹਿੰਦੇ ਮੰਤਰੀ ਨੇ ਵੀ ਛਕ ਲਿਆ, ਵਜ਼ੀਰ ਨੇ। ਕਿਰਪਾ ਉਹਦੀ ਵੀ, ਕਿਰਪਾ ਵੀ ਐਸੀ ਜੈਸੀ ਕਿਰਪਾ ਭਾਈ ਬਾਲੇ ਤੇ ਮਰਦਾਨੇ ਤੇ ਹੈ ਨਾ, ਉਹੀ ਕਿਰਪਾ ਗੁਰੂ ਸਾਹਿਬ ਨੇ ਨਾ ਰਾਖਸ਼ਾਂ ਤੇ ਕੀਤੀ। ਮੰਤਰੀ ਅਤੇ ਰਾਜਾ ਦੋਨੋਂ ਹੀ ਬ੍ਰਹਮ ਗਿਆਨੀ ਹੋ ਗਏ। ਆਖੋ ਸਤਿਨਾਮ। ਉਹ ਰਾਖਸ਼ ਜਿਹੜੇ ਰੋਜ਼ ਮਾਸ ਖਾਂਦੇ ਸੀ, ਜੀਵਾਂ ਨੂੰ ਕੱਚਿਆਂ ਖਾਂਦੇ ਸੀ, ਐਡੀ ਸਮਰੱਥਾ ਸੀ ਗੁਰੂ ਸਾਹਿਬ ਦੇ ਪ੍ਰਚਾਰ। ਕਹਿੰਦੇ ਦੋਨੋਂ ਭੋਜਨ ਛਕ ਕੇ ਨਾ ਵਧੇ ਭਗਤ ਹੋ ਗਏ। ਬੜੀ ਦੇਰ ਤੱਕ ਚੌਂਕੜਾ ਲਾ ਕੇ ਬੈਠੇ ਰਹੇ। ਏਤਕ ਦਿਨ ਤਹ ਰਹੇ ਗੁਸਾਈ, ਗੁਰ ਸਿੱਖੀ ਕੀ ਰੀਤ ਚਲਾਏ। ਕਈ ਦਿਨ ਸਤਿਗੁਰਾਂ ਦੇ ਕੋਲ ਬੈਠੇ ਰਹੇ। ਸਾਰੇ ਰਾਖਸ਼ਾਂ ਨੇ ਚਰਨਾਮ੍ਰਿਤ ਲਿਆ ਜੀ। ਹੁਣ ਸ਼ਿਕਾਰ ਕਰਨੇ ਛੱਡਤੇ। ਕਦੇ ਇਹਨਾਂ ਤੋਂ ਡਰਦੇ ਜਾਨਵਰ ਨਹੀਂ ਸੀ ਸਾਹਮਣੇ ਆਉਂਦੇ। ਜਾਨਵਰ ਕੋਲ ਆ ਕੇ ਬਹਿੰਦੇ ਜੰਗਲੀ ਜੀਵ, ਕਿਉਂਕਿ ਬੰਦੇ ਦੀ ਬੇਈਮਾਨੀ ਦੱਸਦੀ ਹੈ। ਇਹ ਤੋਂ ਸਾਰੇ ਤਾਂ ਡਰਦੇ। ਕਿਸੇ ਪੰਛੀ ਨੂੰ ਵੀ ਸਾਡੇ ਤੇ ਭਰੋਸਾ ਨਹੀਂ। ਉਹ ਕਹਿੰਦਾ ਹੈ ਵੀ ਇਹ ਮੈਨੂੰ ਪਿਆਰ ਨਾਲ ਬੁਲਾਉਂਦਾ, ਕਿਤੇ ਫਾੜੀ ਨਾ ਲਵੇ। ਪੰਛੀ ਪੰਛੀ ਤੋਂ ਨਹੀਂ ਡਰਦਾ, ਜਾਨਵਰ ਜਾਨਵਰ ਤੋਂ ਨਹੀਂ ਡਰਦਾ, ਪਰ ਬੰਦੇ ਤੋਂ ਸਾਰੇ ਡਰਦੇ। ਸੱਪ ਵੀ ਡਰਦਾ ਹੈ, ਵੇਖੀ ਕਿਤੇ ਮਾਰੀ ਨਾ ਦੇ। ਜਦੋਂ ਸਤਿਗੁਰਾਂ ਦੀ ਕਿਰਪਾ ਹੋਈ, ਰਾਖਸ਼ਾਂ ਨੇ ਸ਼ਿਕਾਰ ਕਰਨੇ ਛੱਡ ਦਿੱਤੇ। ਆਪਣਾ ਅਨਾਜ ਭੋਜਨ ਤੇ ਫਲ ਕੰਦ ਮੂਲ ਖਾਣੇ ਸ਼ੁਰੂ ਕਰ। ਖੁਸ਼ੀ ਨਾਲ ਗੁਰੂ ਸਾਹਿਬ ਇੱਥੇ 7 ਤੋਂ 8 ਦਿਨ ਰੁਕੇ। ਕੈਸਾ ਮਾਹੌਲ ਹੋਣਾ। ਉਹ ਭਿਆਨਕ ਟਾਪੂ ਜਿੱਥੇ ਮਨੁੱਖਾਂ ਦੇ ਜਹਾਜ਼ ਵੀ ਨਹੀਂ ਜਾਂਦੇ। ਕਹਿੰਦੇ ਰਾਖਸ਼ ਰਹਿੰਦੇ ਆ, ਅਸੀਂ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਈ ਦਿਨ ਇੱਥੇ ਵਰਤਦੇ। ਸਤਿਗੁਰਾਂ ਦੀ ਸੇਵਾ ਇਹਨਾਂ ਤਨ ਲਾ ਕੇ ਮਨ ਲਾ ਕੇ ਕੀਤੀ। ਇੱਥੇ ਧਰਮਸ਼ਾਲਾ ਸਾਜੀ ਹੈ। ਸਭ ਰਾਖਸ਼ ਕੋ ਨਾਮ ਜਪਾਇਓ, ਆਮਿਖ ਖਾਨ ਤਿਨਹਿ ਤਜਵਾਇਓ। ਉਸ ਦਿਨ ਤੋਂ ਨਾ ਮਾਸ ਖਾਣਾ ਛੱਡ ਦਿੱਤਾ, ਹਥਿਆਰ ਸੁੱਟ ਦਿੱਤੇ ਜੀਵ ਹੱਤਿਆ ਵਾਲੇ। ਹਰ ਵੇਲੇ ਰਾਖਸ਼ ਨਾਮ ਜਪਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਸਿਮਰਨ ਕਰਾਉਂਦੇ ਆ ਤੇ ਕਹਿੰਦੇ ਅੱਜ ਹਰ ਪਾਸੇ ਧਰਮ ਦਾ ਵਰਤਾਰਾ ਹੋ ਗਿਆ। ਸਭ ਦੇ ਚਿਹਰਿਆਂ ਤੇ ਨੂਰ ਆਉਣ ਲੱਗ ਪਏ। ਅੰਦਰੋਂ ਬੇਈਮਾਨਾ ਪਾਪ ਖਤਮ ਹੋ ਗਿਆ। ਬੰਦੇ ਦੀ ਈਰਖਾ ਸਾਰੇ ਵਿਕਾਰਾਂ ਨੂੰ ਜਨਮ ਦਿੰਦੀ। ਈਰਖਾ ਪੈਦਾ ਹੁੰਦੀ ਹਉਮੈ ਤੋਂ। ਜਿਸ ਬੰਦੇ ਵਿੱਚ ਇੱਕ ਹਉਮੈ ਦਾ ਰੋਗ ਹੈ ਨਾ ਜੀ, ਇਕੱਲਾ ਹਉਮੈ ਦਾ, ਬਾਕੀ ਤੇ ਸਾਰਾ ਕੁਝ ਐਡੀਸ਼ਨਲ ਹੈ। ਕੁਝ ਵੀ ਜੋੜਨ ਦੀ ਲੋੜ ਨਹੀਂ। ਉਹ ਕਾਮੀ ਵੀ ਹੋਏਗਾ, ਕ੍ਰੋਧੀ ਵੀ ਹੋਏਗਾ, ਲੋਭੀ ਵੀ ਹੋਏਗਾ, ਹੰਕਾਰੀ ਵੀ ਹੋਏਗਾ। ਹਉਮੈ ਵੱਡੀ ਹੈ। ਇਸੇ ਕਰਕੇ ਸਾਹਿਬ ਕਹਿੰਦੇ ਹਉਮੈ ਗਵਾ ਕੇ ਗੁਰੂ ਕੋਲ ਬੈਠਿਆ। ਇਹਨਾਂ ਰਾਖਸ਼ਾਂ ਦੀ ਹਉਮੈ ਖਤਮ ਹੋ ਗਈ। ਬਿਲਕੁਲ ਪਾਣੀ ਵਾਂਗ ਨੀਵੇਂ ਹੋ ਗਏ। ਜਿਵੇਂ ਪਾਣੀ ਦਾ ਸੁਭਾਅ ਨੀਵੀਆਂ ਥਾਵਾਂ ਨੂੰ ਜਾਣਾ, ਕਦੇ ਉੱਚੀਆਂ ਤੇ ਨਹੀਂ ਚੜ੍ਹਦਾ। ਕਹਿੰਦੇ ਉਹ ਹੰਕਾਰ ਦੇ ਭਰੇ ਰਾਖਸ਼ ਨਿਮਰਤਾ ਵਿੱਚ ਆ ਕੇ ਉਹਨਾਂ ਪ੍ਰਣ ਕੀਤਾ ਏ, ਅੱਜ ਤੋਂ ਬਾਅਦ ਰੱਬਾ ਤੇਰੀ ਕੁਦਰਤ ਦਾ ਵਿਨਾਸ਼ ਨਹੀਂ ਕਰਾਂਗੇ, ਤੇਰੇ ਸਾਜੇ ਕਿਸੇ ਜੀਵ ਦੀ ਹੱਤਿਆ ਨਹੀਂ ਕਰਾਂਗੇ, ਤੇਰੇ ਬਣਾਏ ਕਿਸੇ ਜਾਨਵਰ ਨੂੰ ਨਹੀਂ ਮਾਰਾਂਗੇ। ਜੀਵ ਦੇ ਚਸਕੇ ਨੇ ਤੇ ਗੁਰੂ ਸਾਹਿਬ ਨੇ ਇੱਕ ਉਪਦੇਸ਼ ਦਿੱਤਾ ਵੀ ਤਰਸ ਕਰਿਆ, ਮਾਸ ਨਹੀਂ ਖਾਣਾ, ਮਾੜਾ ਕਰਮ ਨਹੀਂ ਕਰਨਾ। ਉਹ ਰਾਖਸ਼ ਛੱਡ ਗਏ। ਪਰ ਅੱਜ ਸਾਡੇ ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਮਾਸ ਦਾ ਚਸਕਾ ਪਿਆ। ਉਹ ਧਾਰਮਿਕ ਥਾਵਾਂ ਤੇ ਵੀ ਆ ਕੇ ਪੁੱਛਦੇ ਖਾਣਾ ਚਾਹੀਦਾ ਕਿ ਨਹੀਂ ਚਾਹੀਦਾ। ਫਿਰ ਬਾਣੀ ਨੇ ਉਹਨਾਂ ਬਾਰੇ ਲਿਖਤਾ, ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਜਾਣ। ਉਹ ਨਹੀਂ ਸਮਝਦੇ, ਉਹ ਨਹੀਂ ਜਾਣਦੇ, ਕਿਉਂਕਿ ਉਹਨਾਂ ਦੇ ਅੰਦਰ ਖਾਣ ਦੀ ਚਸਕ ਹੈ, ਲੱਭ ਲੱਗੇ ਹੈ, ਜੀਭ ਦਾ ਸਵਾਦ ਹੈ ਧਰਮ ਚੱਕ ਕੇ। ਪਰ ਦੀਨ ਦੁਨੀਆ ਦੇ ਸਤਿਗੁਰਾਂ ਨੇ ਅੱਜ ਜਦੋਂ ਉਪਦੇਸ਼ ਦਿੱਤਾ ਨਾ, ਪ੍ਰਣ ਕਰਕੇ ਐਸੀ ਨਿਮਰਤਾ ਫੋਲੋ ਕਰ ਲਈ। ਕਹਿੰਦੇ ਕਿ 2 ਤੋਂ 3 ਵੇਲੇ ਸਿਮਰਨ ਕਰਨ ਲੱਗ। ਅੱਜ ਮਰਦ ਕਹਿੰਦੇ ਸਾਨੂੰ ਆਗਿਆ ਦੇ ਦਿਓ, ਅਸੀਂ ਅੱਗੇ ਚੱਲਣਾ ਚਾਹੁੰਦੇ ਹਾਂ। ਜੀ ਘਾਤ ਕੀ ਬਾਣ ਵਿਸਾਰੇ, ਸਤ ਸੰਗਤ ਕਰ ਹੀ ਸੁਖ ਬਾਰੇ। ਸਮਝਾ ਦਿੱਤਾ ਸਤਿਗੁਰਾਂ ਨੇ, ਬਾਹਰ ਦੇ ਟਾਪੂ ਤੋਂ ਕੋਈ ਮਨੁੱਖ ਆਵੇ ਕਦੇ ਉਹਨੂੰ ਦੁਸ਼ਮਣ ਨਹੀਂ ਸਮਝਣਾ, ਕਿਉਂਕਿ ਇਹਨਾਂ ਦੇ ਟਾਪੂ ਤੇ ਆਇਰਲੈਂਡ ਤੇ ਆਉਂਦਾ ਹੀ ਕੋਈ ਨਹੀਂ ਸੀ। ਆਉਣਾ ਕਿਹਨੇ ਹੈ? ਇਹ ਤੇ ਜਾਨਵਰ ਨਹੀਂ ਸੀ ਛੱਡਦੇ, ਪੰਛੀ ਨਹੀਂ ਸੀ ਛੱਡਦੇ। ਜੋ ਆ ਗਿਆ ਕਹਿੰਦੇ ਖਾ ਲਓ ਇਹਨੂੰ। ਕਹਿੰਦੇ ਸਾਨੂੰ ਮਰਦ ਕਹਿੰਦੇ ਮਨੁੱਖਤਾ ਦਾ ਭਲਾ ਨਹੀਂ, ਸਮੁੱਚਤਾ ਦਾ ਭਲਾ ਕਰਦੇ। ਅੱਜ ਨਾ ਅਸੀਂ ਰੌਲਾ ਪਾਇਆ ਮਨੁੱਖਤਾ ਦਾ ਭਲਾ ਕਰੋ, ਮਨੁੱਖਤਾ ਦਾ। ਆ ਪਸ਼ੂ ਪੰਛੀਆਂ ਨੂੰ ਅਸੀਂ ਕੈਦੀ ਬਣਾਈ ਫਿਰਦੇ। ਇਹਨਾਂ ਦੀਆਂ ਗਰਦਨਾਂ ਕੱਟ ਕੱਟ ਕੇ ਲੋਕੀ ਸਵਾਦ ਲੈਂਦੇ ਫਿਰਦੇ ਆ, ਖਾਂਦੇ ਪੀਂਦੇ ਫਿਰਦੇ ਆ ਤੇ ਕਹਿੰਦੇ ਜੀ ਮਨੁੱਖਤਾ ਦਾ ਭਲਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮੁੱਚਤਾ ਦਾ ਭਲਾ ਕੀਤਾ ਹੈ। ਸਾਰੀ ਸ੍ਰਿਸ਼ਟੀ ਕਿਸੇ ਦਾ ਬੁਰਾ ਕਦੇ ਮੰਗਿਆ ਨਹੀਂ। ਭੇਦ ਤਿਆਰ ਜਬ ਚੱਲਣੇ ਹੀਤਾ,
ਭਨਤ ਭਏ ਬੇਦੀ ਕੁਲ ਕੀਤਾ। ਹੁਣ ਭਾਈ ਮਰਦਾਨਾ ਜੀ ਨੂੰ ਮੌਜਾਂ ਹੋਈਆਂ, ਰੋਜ਼ ਰਜ ਰਜ ਛਕਦੇ ਆ, ਫਲ ਸੇਵਾ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਚੱਲ ਫਿਰ ਮਰਦਾਨਿਆਂ ਚੁੱਕ ਝੋਲਾ ਚੱਲੀਏ। ਕਹਿੰਦਾ ਬਾਬਾ ਏਡੀ ਛੇਤੀ? ਬਹੁਤ ਲੱਗੀ ਹੈ ਸ਼ਗਨ ਛਕਾਉਣ ਦੇ। ਜਦੋਂ ਸਤਿਗੁਰਾਂ ਨੇ ਮੰਗ ਲਈ ਆਗਿਆ ਤੇ ਦੇਵਲੂਤ ਜਿਹੜਾ ਕਦੇ ਰਾਖਸ਼ ਸੀ ਅੱਜ ਤੇ ਦੇਵਤਾ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਕਦੇ ਆਓਗੇ? ਗੁਰੂ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਜਿਸ ਦਿਨ ਕਰਤਾਰ ਬੁਲਾਊਗਾ ਤੋ ਸਤਿਨਾਮ ਜਪਿਆ ਚੇਤੇ ਕਰਿਆ, ਅਸੀਂ ਤੁਹਾਡੇ ਤੋਂ ਦੂਰ ਨਹੀਂ। ਦਰਸੈਨ ਜੋ ਭੂਪ ਮਹਾਨਾ ਦੇਵਲੂਤ ਮਨਹੁ ਤੇ ਆਨਾ। ਤੇ ਇੱਥੇ ਦੇਵਲੂਤ ਰਾਖਸ਼ਾਂ ਦਾ ਰਾਜਾ ਕਹਿੰਦਾ ਮਹਾਰਾਜ ਦਰਸ਼ਨ ਹੋਣਗੇ ਨਹੀਂ? ਸਾਹਿਬ ਕਹਿੰਦੇ ਹੋਇਆ ਕਰਨਗੇ। ਜਾਓ ਸਾਡਾ ਰੂਪ ਹੈ ਰਾਜਾ ਸੁਦਰਸੈਨ, ਭਾਈ ਝੰਡਾ ਜੀ, ਭਾਈ ਇੰਦਰ ਸੈਨ, ਉਹਨਾਂ ਦੀ ਸੰਗਤ ਵਿੱਚ ਬੈਠਿਆ ਕਰੋ, ਉਹਨਾਂ ਦਾ ਹੁਕਮ ਮੰਨਿਆ ਕਰੋ। ਕਹਿੰਦੇ ਮਰਜ ਅੱਜ ਤੋਂ ਮੈਂ ਆਪਣੇ ਇਸ ਟਾਪੂ ਦਾ ਰਾਜਾ ਸੁਦਰਸੈਨ ਮੰਨ ਲਿਆ। ਆਖੋ ਸਤਨਾਮ। ਰਾਜਾ ਹੋ ਕੇ ਰਾਖਸ਼ਾਂ ਦਾ ਰਾਜਾ ਕਹਿੰਦਾ ਮੈਂ ਰਾਜਾ ਨਹੀਂ, ਉਹਦੀ ਪ੍ਰਜਾ ਬਣ ਕੇ ਰਹਾ। ਆਪ ਜੀ ਨੇ ਹੁਕਮ ਕੀਤਾ ਏ ਇਨਸਾਨ ਨਹੀਂ ਜੀਵ ਕੀ ਕੀਜੈ, ਸਤਿਗੁਰ ਜਾਪ ਜਪੋ ਦੁਖ ਛੀਜੈ। ਮਰਦ ਕਹਿੰਦੇ ਆਪ ਸਿੱਖੀ ਦਾ ਪ੍ਰਚਾਰ ਕਰਨਾ। ਸਿੱਖੀ ਤੋਂ ਭਾਵ ਧਰਮ ਦਾ, ਚੰਗੇ ਕਰਮ ਦਾ। ਸੁਦਰਸੈਨ ਰਾਜੇ ਦੀ ਆਗਿਆ ਮੰਨਣੀ ਹੈ, ਜਿਵੇਂ ਉਹ ਆਖੇ ਉਵੇਂ ਕਰਨਾ ਹੈ। ਉਹ ਦਿਨ ਨੂੰ ਦਿਨ, ਦਿਨ ਨੂੰ ਰਾਤ ਕਹੇ ਤੇ ਰਾਤ ਨੂੰ ਦਿਨ ਕਹੇ, 7 ਵਚਨ ਕਹਿਣਾ ਹੈ। ਉਹ ਦੇਵਲੂਤ ਜਿਹੜਾ ਕਦੇ ਕਿਸੇ ਨੂੰ ਇੱਥੇ ਫਟਕਣ ਨਹੀਂ ਸੀ ਦਿੰਦਾ, ਇੱਕ ਰਾਜਾ ਤੇ ਰਾਜਾ ਹੀ ਹੈ। ਅੱਜ ਉਹ ਮਹਾਨ ਭਗਤ ਬਣ ਕੇ ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਦੇ ਜਾਣ ਤੋਂ ਬਾਅਦ ਮੈਂ ਚੱਲ ਕੇ ਜਾਵਾਂਗਾ, ਕਿਤੇ ਸੁਦਰਸੈਨ ਮੇਰਾ ਨੁਕਸਾਨ ਤੇ ਨਹੀਂ ਕਰੇਗਾ? ਮਰਦ ਕਹਿੰਦੇ ਨਹੀਂ, ਜਿੱਦਣ ਤੂੰ ਆਪਣੇ ਅੰਦਰ ਭਲੇ ਮਾਨਸੀ ਲੈ ਕੇ ਜਾਏਗਾ ਤੇ ਸਾਹਮਣੇ ਵਾਲਾ ਵੈਰ ਰੱਖ ਹੀ ਨਹੀਂ ਸਕਦਾ। ਆਖੋ ਸਤਨਾਮ। ਅਸੀਂ ਕਹਿੰਦੇ ਆ ਜੀ ਸਾਡਾ ਗਵਾਂਢੀ ਚੰਗਾ ਨਹੀਂ ਸੋਚਦੇ, ਕਦੇ ਕੱਲਾ ਬਹਿ ਕੇ ਵੇਖੀ ਵੀ ਤੂੰ ਕਿੰਨਾ ਕੁ ਭਲਾ ਮੰਗਦਾ ਉਹਨਾਂ ਦਾ ਰੋਜ਼। ਭਾਈ ਫਲਾਣਾ ਬੰਦਾ ਮੇਰੇ ਬਾਰੇ ਨੈਗੇਟਿਵ ਬੋਲਦਾ ਹੈ, ਬੁਰਾ ਬੋਲਦਾ ਏ, ਕਦੇ ਆਪਣੇ ਮਨ ਨੂੰ ਪੁੱਛ ਕੇ ਤੇ ਵੇਖ ਤੂੰ ਕਿੰਨੀਆਂ ਕੁ ਸਿਫਤਾਂ ਕਰਦਾ ਹੋਏਗਾ, ਕਿੰਨਾ ਕੁ ਚੰਗਾ ਮਨ। ਸੁਭਾਵਿਕ ਗੱਲ ਹੈ, ਤੁਸੀਂ ਕਿਸੇ ਨੂੰ ਬੁਰਾ ਸਮਝਣ ਲੱਗ ਜਾਓ, ਅੱਗੋਂ ਉਹਦਾ ਪੁਆਇੰਟ ਆਫ ਵਿਊ ਵੀ ਤੁਹਾਡੇ ਵਰਗਾ ਹੀ ਹੋਏਗਾ। ਤੁਸੀਂ ਕਿਸੇ ਨੂੰ ਬਹੁਤਾ ਚੰਗਾ ਸਮਝਣ ਲੱਗ ਜਾਓ, ਬੋਲੋ ਨਾ ਬੋਲੋ, ਬੁਲਾਓ ਨਾ ਬੁਲਾਓ, ਉਹ ਇਨਸਾਨ ਤੁਹਾਨੂੰ ਜਾਣਦਾ ਵੀ ਨਾ ਹੋਏ, ਤੁਹਾਨੂੰ ਤੁਸੀਂ ਉਹਨੂੰ ਚੰਗੇ ਲੱਗਣ ਲੱਗ ਜਾਓ। ਉਹ ਕਹਿੰਦੇ ਤੇ ਬਹੁਤ ਚੰਗਾ ਹੈ, ਤੁਹਾਡੇ ਖਿਆਲਾਂ ਨੂੰ ਰਾਹ ਨੇ। ਗੁਰੂ ਸਾਹਿਬ ਕਹਿੰਦੇ ਜਿਹੋ ਜਿਹਾ ਖਿਆਲ ਲੈ ਕੇ ਜਾਓਗੇ ਸੁਦਰਸੈਨ ਉਸੇ ਰੂਪ 'ਚ ਮਿਲੇਗਾ, ਕਿਉਂਕਿ ਉਹ ਦੂਜੇ ਦੇਸ਼ ਦਾ ਰਾਜਾ ਹੈ, ਕਿਸੇ ਹੋਰ ਆਇਰਲੈਂਡ ਟਾਪੂ ਦਾ ਰਾਜਾ ਹੈ। ਪਰ ਮਰਦ ਕਹਿੰਦੇ ਨਹੀਂ, ਜਿਸ ਦਿਨ ਤੂੰ ਜਾਏਗਾ ਆਪਣੇ ਰਾਖਸ਼ਾਂ ਦੇ ਸਮੇਤ, ਉਹ ਵੀ ਤੇਰਾ ਯਾਦ ਕਰੇਗਾ। ਦੋਹਰਾ ਦੇਵਲੂਤ ਬੋਲਿਓ ਤਬੈ ਮੁਝ ਤੇ ਉਤਮ ਧੂਰ, ਸ਼ਕਤ ਨਹੀਂ ਤ੍ਰਿਨ ਤੋਰ ਹੋ ਸੁਣੀਏ ਸ੍ਰੀ ਜਗਮੂਰ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਰਾਖਸ਼ ਨੇ ਦੋਨੋਂ ਹੱਥ ਜੋੜੇ। ਹੁਣ ਤੇ ਉਹ ਰਾਖਸ਼ ਨਹੀਂ ਹੈ, ਕਹਿੰਦਾ ਮਹਾਰਾਜ ਤੁਹਾਡਾ ਹੁਕਮ ਮੈਂ ਮੋੜਾ, ਮੇਰੀ ਕੀ ਔਕਾਤ ਹੈ? ਮੈਂ ਆਪ ਜੀ ਦੇ ਚਰਨਾਂ ਦੀ ਧੂੜ, ਉਹਨੂੰ ਵੀ ਠੋਕਰ ਨਹੀਂ ਮਾਰ ਸਕਦਾ। ਧੂੜ ਵੀ ਮੇਰੇ ਨਾਲੋਂ ਵੱਡੀ ਹੈ, ਉਹ ਵੀ ਬਹੁਤ ਵੱਡੀ ਸਮਰੱਥ ਹੈ। ਮੇਰੇ ਵਿੱਚ ਇੰਨਾ ਦਮ ਨਹੀਂ, ਇੰਨੀ ਜੁਰਤ ਨਹੀਂ, ਮੈਂ ਕੁਝ ਕਰ ਸਕਾਂ, ਕੁਝ ਬੋਲ ਸਕਾਂ। ਇੱਕ ਕਿਣਕਾ ਵੀ ਮੇਰੀ ਹੁਣ ਔਕਾਤ ਨਹੀਂ, ਸਭ ਕੁਝ ਤੇਰਾ ਹੀ। ਆਖੋ ਸਤਨਾਮ। ਇੱਕ ਰਾਖਸ਼ ਦੇ ਅੰਦਰ ਐਡੀ ਵੱਡੀ ਨਿਮਰਤਾ ਆਈ, ਉਹ ਵੀ ਅੱਜ ਕੌਡੇ ਤੋਂ ਫਿਰ ਭਾਈ ਕੌਡਾ ਜਿਵੇਂ ਹੋਇਆ। ਦੇਵਲੂਤ ਐਸਾ ਸੱਜਣ ਬਣਿਆ, ਰਾਖਸ਼ ਬਿਰਤੀ ਛੱਡ ਦਿੱਤੀ, ਪਾਪ ਛੱਡ ਦਿੱਤੇ, ਚੰਗਾ ਜੀਵਨ ਆਚਾਰ ਬਣਾ ਲਿਆ। ਕਹਿੰਦੇ ਫਿਰ ਉਸ ਆਇਰਲੈਂਡ ਤੇ ਉਸ ਟਾਪੂ ਉੱਤੇ ਦੁਨੀਆ ਆਉਣ ਲੱਗ ਗਈ। ਤੇ ਫਿਰ ਸਤਿਗੁਰਾਂ ਦੇ ਜਾਣ ਤੋਂ ਬਾਅਦ ਇਹ ਰਾਜੇ ਸੁਦਰਸੈਨ ਕੋਲ ਗਏ। ਅੱਗੋਂ ਸੁਦਰਸੈਨ ਰਾਜਾ ਦਿਲਾਂ ਦੀਆਂ ਜਾਣਦਾ, ਉਹ ਵੀ ਅੰਤਰਜਾਮੀ ਹੈ, ਭਗਤੀ ਕਰਨ ਵਾਲਾ ਹੈ। ਜਦੋਂ ਉਹਨੂੰ ਪਤਾ ਲੱਗਾ ਨਾ ਵੀ ਦੇਵਲੂਤ ਆ ਰਿਹਾ, ਲੋਕ ਡਰ ਗਏ। ਕਹਿੰਦੇ ਜੀ ਉਹ ਤੇ ਰਾਖਸ਼ ਹੈ, ਉਹ ਤੇ ਯੁੱਧ ਲਾਊਗਾ। ਉਹ ਕਹਿੰਦਾ ਨਹੀਂ, ਇਹ ਰੱਬ ਦਾ ਪਿਆਰਾ, ਇਹਨੂੰ ਨਗਰੋਂ ਬਾਹਰ ਮੈਂ ਆਪ ਲੈਣ ਜਾਣਾ। ਆਖੋ ਸਤਨਾਮ। ਸੁਦਰਸੈਨ ਰਾਜੇ ਨਾਲ ਮੁਲਾਕਾਤ ਹੋਈ, ਚਰਨਾਂ ਤੇ ਲੰਮਾ ਪੈ ਗਿਆ, ਨਮਸਕਾਰ ਕੀਤੀ। ਕਹਿੰਦਾ ਭਾਗਾਂ ਵਾਲਾ ਤੂੰ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਰੂਪ ਬਣਾ ਲਿਆ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹਨਾਂ ਟਾਪੂਆਂ ਤੇ ਦੁਨੀਆ ਨੂੰ ਤਾਰਦੇ ਜਾ ਰਹੇ ਨੇ, ਕਿਉਂਕਿ ਅਜੇ ਸਤਿਗੁਰ ਭਾਰਤ ਖੰਡ ਵਿੱਚ ਨੇ। ਹੌਲੀ ਹੌਲੀ ਗੁਰੂ ਸਾਹਿਬ ਨੇ ਸਾਊਦੀ ਅਰਬ ਵਾਲੇ ਪਾਸੇ ਜਾਣਾ, ਕਿਹੜੀ ਬੰਦਰਗਾਹ ਤੋਂ ਜਾਣਗੇ?
ਗੁਜਰਾਤ ਵਾਲੇ ਪਾਸੇ ਤੋਂ ਗੁਰੂ ਸਾਹਿਬ ਜਾਣਗੇ, ਕੱਛ ਵਾਲੇ ਪਾਸੇ ਤੋਂ ਅਰਬ ਦੇਸ਼, ਸਾਊਦੀ ਅਰਬ, ਮੱਕਾ, ਮਦੀਨਾ, ਇੱਧਰ ਵੀ ਮਰਦ ਨੇ ਵਿਚਰਨਾ ਉਦਾਸੀਆਂ ਦੇ ਦੌਰਾਨ। ਜਿਵੇਂ ਜਿਵੇਂ ਸਾਹਿਬਾਂ ਦੇ ਚੋਜ ਆਉਣਗੇ, ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਸੋ ਆਓ, ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਦਿਨ ਤੇ ਸਾਰੇ ਪਵਿੱਤਰ ਨੇ, ਕੋਈ ਦਿਨ ਚੰਗਾ ਕੋਈ ਦਿਨ ਮਾੜਾ ਨਹੀਂ ਹੁੰਦਾ। ਚਲੋ ਸੰਗਰਾਂਦ ਦਾ ਦਿਨ ਇਸ ਕਰਕੇ ਵੱਡਾ ਮੰਨਿਆ ਜਾਂਦਾ ਕਿਉਂਕਿ ਇਹ ਮੌਸਮ ਕਰਕੇ, ਜਨ ਜੀਵਨ ਕਰਕੇ ਬਦਲਾਵ ਲੱਗੇ। ਪਿਛਲਾ ਮਹੀਨਾ ਆਪ ਜੀ ਨੇ ਬੜੇ ਪਿਆਰ ਵਿੱਚ ਸਰਵਣ ਕੀਤਾ। ਹਰ ਮਹੀਨੇ ਸਤਿਗੁਰਾਂ ਦੀ ਕਿਰਪਾ ਨਾਲ ਆਪਾਂ ਆਖਰੀ ਅਰਥ ਸਰਵਣ ਕਰਦੇ। ਅੱਸੂ ਦੇ ਮਹੀਨੇ ਦਾ ਹਾਲ ਸੁਣਿਆ, ਲੰਘ ਗਿਆ। ਅਸੁਰ ਪ੍ਰੇਮ ਉਵਾਹਣ ਕਿਉਂ ਲਿਆ ਹਰ ਜਾਏ। ਇਸ ਮਹੀਨੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਹਿਮਤ ਕਰਦੇ ਆ। ਕੱਤਕ ਦਾ ਮਹੀਨਾ ਚੜਿਆ, ਸਰਦੀ ਦਾ ਪਹਿਲਾ ਮਹੀਨਾ ਮੰਨਿਆ ਜਾਂਦਾ, ਠੰਡ ਦਾ। ਕੱਤਕ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਅਵਤਾਰ ਲਿਆ। ਸਨਾਤਨ ਮਤ ਦੇ ਲੋਕ ਕਹਿੰਦੇ ਜੀ ਕੱਤਕ ਦੇ ਮਹੀਨੇ ਵਿੱਚ ਜੰਮਿਆ ਬੱਚਾ ਸ਼ੁਭ ਨਹੀਂ ਹੁੰਦਾ, ਤੇ ਗੁਰੂ ਬਾਬਾ ਜੀ ਨੇ ਆਪਣੇ ਅਵਤਾਰ ਵੇਲੇ ਪਖੰਡ ਤੇ ਠੋਕਰ ਮਾਰੀ, ਠੇਸ ਮਾਰੀ। ਆਪਣਾ ਅਵਤਾਰ ਹੀ ਸਤਿਗੁਰਾਂ ਨੇ ਕੱਤਕ ਦੇ ਮਹੀਨੇ ਧਾਰਨ ਕੀਤਾ। ਕੋ ਸਤਨਾਮ। ਕੱਤਕ ਦੇ ਮਹੀਨੇ ਲੋਕੀ ਕਹਿੰਦੇ ਸੀ ਕੱਤਕ ਦੇ ਮਹੀਨੇ ਜਨਮ ਲੈਣ ਵਾਲਾ ਬੱਚਾ ਸ਼ੁਭ ਨਹੀਂ, ਪਰ ਉਸ ਬੱਚੇ ਨਾਨਕ ਨਿਰੰਕਾਰੀ ਨੇ ਦੇਨ ਦੁਨੀਆ ਦਾ ਭਲਾ ਕਰਦਾ, ਪਹਿਲਾ ਪਖੰਡ ਠੋਕਦਾ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਪਹਿਲੇ ਸਰੂਪ ਗੁਰੂ ਨਾਨਕ ਦੇ ਹਨ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰ ਦੀ ਸੁਭਾਏਮਾਨ ਹੋ ਕੇ 12 ਮਾਹਾਂ ਦਾ ਜਾਪ ਉਚਾਰਨ ਕਰਦੇ ਨੇ, ਜਿਹਦੇ ਅਰਥ ਹਰ ਮਹੀਨੇ ਦੇ ਤਾਈਂ ਬੜੇ ਗਹਿਰੇ ਗੁਰੂ ਸਾਹਿਬ ਨੇ ਰੱਖੇ ਨੇ। ਸੋ ਆਓ ਗੁਰਮੁਖ ਪਿਆਰੇ, ਇੱਕ ਇੱਕ ਪੰਗਤੀ ਪੜ੍ਹਨ, ਬੜੇ ਅਦਬ ਨਾਲ, ਪ੍ਰੇਮ ਨਾਲ ਵਿਚਾਰ ਨੂੰ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਕੱਤਕ ਕਰਮ ਕਮਾਣੇ, ਦੋਸ਼ ਨ ਕਾਹੂ ਜੋਗ। ਕੱਤਕ ਦੇ ਮਹੀਨੇ ਦਾ ਉਪਦੇਸ਼ ਸਾਹਿਬਾਂ ਨੇ ਬਖਸ਼ਿਆ। ਕਹਿੰਦੇ ਕੱਤਕ ਕਰਮ ਕਮਾਵਣੇ, ਕਰਮ ਫਿਲਾਸਫੀ। ਸਤਿਗੁਰ ਕਹਿੰਦੇ ਕੱਤਕ ਦੇ ਵਿੱਚ ਜਿਹੜੇ ਕਰਮ ਕਮਾਏਗਾ ਉਹ ਭੁਗਤਣੇ ਆ, ਦੋਸ਼ ਨਾ ਕਾਹੂ ਜੋਗ। ਕਹਿੰਦੇ ਆ ਦੋਸ਼ ਤੇਰਾ ਕਿਸੇ ਸਿਰ ਨਹੀਂ ਜੁੜਦਾ, ਕਿਸੇ ਸਿਰ ਨਾ ਪਾਈ। ਮਾੜਾ ਕਿਸੇ ਨੂੰ ਤੂੰ ਬੋਲਿਆ ਤੇ ਆਖੇ ਬਈ ਮੇਰਾ ਭਲਾ ਰੱਬ ਨਹੀਂ ਕਰਦਾ, ਇਹ ਤੇ ਜੋ ਬੀਜੇਗਾ ਉਹੀ ਵੱਢੇਗਾ। ਜੇ ਕੰਡੇ ਬੀਜੇਗਾ ਨਾ, ਕਿੱਕਰ ਦੇ ਰੁੱਖ ਬੀਜੇਗਾ। ਬੀਜੇ ਦਾਖ ਬਿਜ਼ੌਰੀਆਂ, ਕਿੱਕਰ ਬੀਜੇ ਜੱਟ, ਠੰਡੇ ਪੁੰਨ ਕਤਾਏ ਦਾ ਫਾਇਦਾ ਲੋੜਾ ਪੱਟ। ਬੀਜ ਕੇ ਕਿੱਕਰਾਂ ਦੇ ਬੀਜ, ਤੂੰ ਆਖੇ ਮੈਨੂੰ ਬਿਜ਼ੌਰ ਦੀਆਂ ਦਾਖਾਂ ਬਿਜਨੌਰ ਦੀਆਂ ਮਿਲ ਜਾਣ, ਇਹ ਨਹੀਂ ਹੋਣਾ। ਤੂੰ ਆਪਣੇ ਕਰਮ ਦੇ ਵਿੱਚ ਜੇ ਵਿਛੋੜਾ ਲਿਖ ਲਏਗਾ, ਮਾੜੇ ਕਰਮ ਲਿਖ ਲਏਗਾ। ਸਾਹਿਬ ਕਹਿੰਦੇ ਕੱਤਕ ਦਾ ਮਹੀਨਾ ਇੱਕ ਐਸਾ ਬਦਲਾਵ ਹੈ, ਜੋ ਤੇਰੇ ਕਰਮਾਂ 'ਚ ਹੋਏਗਾ ਉਹੀ ਹੋ ਜਾਣਾ। ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਿਸੇ ਸਿਰ ਦੋਸ਼ ਨਾ ਪਾਈ, ਦੱਤਾ ਦੋਸ਼ ਨਾ ਦੇਊ ਕਿਸੇ। ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਅੱਜ ਅਸੀਂ ਕੁਛ ਮਾੜਾ ਕਰੀਏ, ਸਾਡੀ ਕੋਸ਼ਿਸ਼ ਹਰ ਵੇਲੇ ਰਹਿੰਦੀ ਹੈ ਕੁਝ ਬੁਰਾ ਹੋਇਆ, ਚਲਾਕੀ ਅਸੀਂ ਕਿਹੜੀ ਨਾ ਰੱਖ ਤਾਂ ਉਹਨੇ ਕੀਤੀ ਹੈ। ਮਾੜਾ ਮੈਨੂੰ ਉਹਨੇ ਬੋਲਿਆ, ਉਹਨੇ ਮੈਨੂੰ ਚੰਗਾ ਨਹੀਂ ਕਿਹਾ, ਉਹ ਇਨਸਾਨ ਬੁਰਾ ਏ, ਮੈਂ ਚੰਗਾ ਆ। ਇੱਕ ਭਰਮ ਆ ਨਾ। ਸਾਹਿਬ ਕਹਿੰਦੇ ਨਹੀਂ, ਜੇ ਤੂੰ ਬੁਰਾ ਕੀਤਾ ਤੈਨੂੰ ਉਹਦਾ ਫਲ ਪ੍ਰਾਪਤ ਹੋਣਾ ਹੈ, ਤੂੰ ਚੰਗਾ ਸੋਚਿਆ ਤੈਨੂੰ ਉਹਦਾ ਫਲ ਪ੍ਰਾਪਤ ਹੋਣਾ ਹੈ। ਕਹਿੰਦੇ ਕੱਤਕ ਦੇ ਮਹੀਨੇ ਦੇ ਵਿੱਚ ਕਿਸੇ ਦਾ ਕਸੂਰ ਨਹੀਂ। ਜੇ ਤੂੰ ਭਗਤੀ ਨਾ ਕੀਤੀ, ਮਾੜੇ ਕੰਮਾਂ 'ਚ ਪਿਆ ਰਿਹਾ, ਤੇ ਮਾੜਿਆਂ ਦਾ ਫਲ ਵੀ ਤੇ ਤੈਨੂੰ ਭੋਗਣਾ। ਇਹ ਤੇ ਕਰਮ ਪ੍ਰਧਾਨ ਹੈ। ਸਰੀਰ ਸਾਡਾ ਇੱਕ ਖੇਤ ਹੈ, ਇੱਕ ਭੂਮੀ ਹੈ, ਜੋ ਵੀ ਜੋ ਹੀ ਪਾਈ ਜਾਓਗੇ। ਕਸਰਤ ਕਰ ਲਓ, ਰੈਸਟ ਕਰੋ, ਮਾੜੇ ਫੂਡ ਖਾ ਲਓ, ਮਾੜੇ ਬੁਰੇ ਖਾਣੇ ਖਾ ਲਓ, ਉਹਦਾ ਪ੍ਰਭਾਵ ਵੀ ਇਹਨੇ ਵਿਖਾ ਦੇਣਾ ਹੈ। ਕਿਸੇ ਦਾ ਬੁਰਾ ਸੋਚ ਲਓ, ਉਹਦਾ ਫਲ ਵੀ ਮਿਲ ਜਾਣਾ ਹੈ। ਚੰਗਾ ਸੋਚ ਲਓ, ਪੋਜ਼ਿਟਿਵ ਸੋਚੋ, ਚੰਗੇ ਕੰਮ ਕਰੋ, ਉਹਦਾ ਨਤੀਜਾ ਵੀ ਮਿਲ ਜਾਣਾ। ਖੇਤ ਆ ਨਾ। ਮਰਦ ਕਹਿੰਦੇ ਭਾਈ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਿਸੇ ਸਿਰ ਦੋਸ਼ ਨਾ ਲਾ, ਤੇਰੇ ਆਪਣੇ ਕੀਤੇ ਕਰਮ ਹਨ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਸਭ ਤੋਂ ਵੱਡਾ ਰੋਗ ਕਿਹੜਾ ਵਿਛੋੜੇ ਦਾ ਲਾਈ ਫਿਰਦਾ ਹੈ? ਪਰਮੇਸ਼ਰ ਤੇ ਭੁੱਲਿਆ। ਜਿਹਨੇ ਜਨਮ ਦੇ ਕੇ ਭੇਜਿਆ, ਜਿਹਦੇ ਕੋਲ ਵਾਅਦਾ ਕਰਕੇ ਆਏ ਵੀ ਰੱਬਾ ਮੈਨੂੰ ਜਨਮ ਦੇ ਦੇ, ਮਾਂ ਦੇ ਪੇਟ ਤੋਂ ਬਾਹਰ ਕੱਢ ਦੇ,
मैं तेनू हर वेले सिमरूंगा, हर वेले चेते करूंगा, हर वेले। जिदण दा जन्म होया है, हर वेले दा वादा करन वाला एक वेले भी याद नहीं करदा। को सतनाम। मर्द कहंदे तेरे कर्मां दा दोष है, परमेश्वर ते भुल्ले, रब नूं भुला के की होना है? व्यापन सभी रोग, सारे रोग लगदे, मन दे रोग, तन दे रोग नहीं लगे। जिहदा मन रोगी है जी, तन तंदुरुस्त कदे रह ही नहीं सकदा। कोई बंदा है साढ़े चो इदां दा आखे जी मेरे शरीर नूं कोई रोग नहीं, 1% भी नहीं, मेरे मन नूं भी रोग कोई नहीं। जिहदा मन रोगी है, तन तंदुरुस्त भी होएगा ना किते बॉडी इफेक्ट कर रही है, एक्सेप्ट भी कर रही। दो चीज़ां नाल ने, क्योंकि मन रोगी है, मन दुखी है। सतगुर कहंदे परमेश्वर ते भुल्लिया व्यापन सभे रोग, जिन्हां नूं रब भुल जांदा है, परमात्मा चेते नहीं आउंदा, दुनिया के सारे रोग ते झूड़े उन्होंने लगे होंदे। मायाधारी बंदे कोल, पदार्थवादी को रब नहीं होंदा ते दुख सारी जहान दे, ते उन्होंने भी भुलेखा हुंदा कोई मेरे तो वड्डा शायद वो सुखी होना। हुण वो दूजे बारे सोचदा, कहंदा ओहदा घर ज़्यादा सुखी, ओहदा परिवार चेका बड़ा, वो सुखी बहुत ने। घर घर की कहानी इको ही है, नानक दुखिया सब संसार। परदे कजे ठीक है, पर हर बंदा देखो नूं सुखी लगता है, हर कोई चंगा लगता है। साहब कहते जिन्हां नूं परमेश्वर भुल गया, नाम चेते नहीं, सदा ही रोग सताउंदे ने। मुख होए राम ते लगन जन्म विजोग। बेमुख होए राम ते लगन जन्म विजोग। ਜਿਹੜੇ ਰੱਬ ਤੋਂ ਬੇਮੁਖ ਹੋ ਗਏ ਆ, ਸਤਿਗੁਰ ਕਹਿੰਦੇ ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਛੋੜੇ ਨੇ। ਇੱਕ ਜਨਮ ਦਾ ਦੁੱਖ ਨਹੀਂ ਹੈ, ਜਨਮਾਂ ਜਨਮਾਂ ਦੇ ਦੁੱਖ। ਹਰ ਜਨਮ 'ਚ ਕੋਈ ਨਾ ਕੋਈ ਟੇਢੀ ਜੂਨ ਮਿਲ ਜਾਂਦੀ ਹੈ, ਮਾੜੇ ਕਰਮ ਹੋ ਜਾਂਦੇ ਆ, ਫੇਰ ਜੰਮ ਜਾਂਦਾ ਹੈ, ਫੇਰ ਮਰ ਜਾਂਦਾ ਏ। ਇਸੇ ਕਰਕੇ ਬਾਣੀ ਕਹਿੰਦੀ ਹੈ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਕਹਿੰਦੇ ਕਿੰਨੀ ਕੁ ਵਾਰੀ ਜੰਮਿਆ ਤੇ ਕਿੰਨੀ ਵਾਰੀ ਮਰਿਆ। ਇੱਕ ਦੁੱਖ ਕਾਟੋ ਰਾਮ ਰਾਏ ਮੇਰਾ, ਅਗਨ ਨਾ ਦਹੋ ਅਰ ਗਰਭ ਵਸਿਆ। ਰੱਬਾ ਮਾਂ ਦੇ ਪੇਟ ਵਿੱਚ ਰਹਿਣ ਵਾਲਾ ਦੁੱਖ ਸਭ ਤੋਂ ਵੱਡਾ ਦੁੱਖ ਹੈ, ਇਹ ਤੂੰ ਬਚਾ ਲੈ, ਇਹ ਤੂੰ ਬਚਾ। ਉਹ ਹੈ ਕੌਣ ਹੈ? ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਹਿ ਤੂੰ ਰਾਖਣ ਹਾਰੇ। ਜੇ ਤੂੰ ਉੱਥੇ ਰੱਖ ਸਕਦਾ ਤੇ ਰੱਖ, ਇੱਥੇ ਵੀ ਸਕਦਾ ਤੇ ਰੱਖਦਾ ਵੀ ਹੈ। ਕਹਿੰਦੇ ਜਿਨ੍ਹਾਂ ਨੂੰ ਰੱਬ ਭੁੱਲ ਗਿਆ, ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਮਰਦ ਕਹਿੰਦੇ ਜੰਮਣ ਤੇ ਵਿਜੋਗ ਵਿਛੜਨ ਦਾ, ਉਹਨਾਂ ਨੂੰ ਦੁੱਖ ਮਾਰਦਾ ਏ। ਹਿਨ ਮੇ ਘੋੜੇ ਹੋਏ ਗਏ, ਜਿਤੜੇ ਮਾਇਆ ਭੋਗ। ਖਿੰਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਕਹਿੰਦੇ ਮਾਇਆ ਦੇ ਭੋਗ ਪਦਾਰਥ ਜਿੰਨੇ ਨੇ, ਜੋ ਕੁਛ ਵੀ ਆਸੇ ਪਾਸੇ ਹੈ, ਖਿਨਾਂ ਵਿੱਚ ਕੌੜਾ ਹੋ ਗਿਆ। ਕੌੜਾ ਕੀ? ਬੇਗਾਨਾ। ਜਿੱਦਣ ਪਤੀ ਤੇ ਦੁੱਖ ਆ ਗਿਆ, ਪਤਨੀ ਘਰ ਛੱਡ ਕੇ ਚਲੇ ਜਾਂਦੀ, ਕਹਿੰਦੀ ਨਸ਼ੇ ਕਰਦਾ ਤੇ ਜ਼ਿੰਦਗੀ ਖਰਾਬ, ਇੱਥੇ ਛੱਡ। ਧੀ ਪੁੱਤ ਨੂੰ ਰੋਕੋ ਬਹੁਤਾ, ਉਹ ਮਾਂ-ਬਾਪ ਛੱਡ ਕੇ ਤੁਰ ਪੈਂਦਾ, ਕਿਸੇ ਦਾ ਪਿਤਾ ਘਰ ਛੱਡ ਜਾਂਦਾ। ਜਦੋਂ ਮਾਇਆ ਆ ਗਈ, ਕਹਿੰਦੇ ਸਾਰੇ ਇਕੱਠੇ ਹੋ ਕੇ ਬਹਿ ਜਾਂਦੇ, ਇੱਕ ਦੂਜੇ ਨੂੰ ਪਿਆਰ ਕਰਦੇ ਆ। ਮਰਦ ਕਹਿੰਦੇ ਤੇਰਾ ਆਪਣਾ ਇਹਨਾਂ 'ਚ ਕੋਈ ਨਹੀਂ। ਖਿੰਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿੱਦਣ ਤਨ ਤੇ ਦੁੱਖ ਆ ਗਿਆ ਨਾ, ਮਾਇਆ ਦੇ ਪਦਾਰਥ, ਸੋਹਣੇ ਗੱਦੇ ਤੇਰੇ ਲਈ ਰੋਗ ਹੋਣਗੇ, ਸੋਹਣੀਆਂ ਗੱਡੀਆਂ 'ਚ ਬਹਿ ਨਹੀਂ ਸਕਦਾ, ਚੰਗੇ ਚੰਗੇ ਪਦਾਰਥ ਖਾ ਨਹੀਂ ਸਕਦਾ, ਚੰਗੀਆਂ ਚੀਜ਼ਾਂ ਪੀ ਨਹੀਂ ਸਕਦਾ, ਤੇ ਚੰਗੇ ਪਦਾਰਥ ਕੱਪੜੇ ਪਾ ਨਹੀਂ ਸਕਦਾ। ਦਿਸਦਾ ਤੇ ਬੜਾ ਕੁਝ ਸੋਹਣਾ ਹੈ, ਪਰ ਕਹਿੰਦੇ ਸਾਰਾ ਕੁਝ ਕੌੜਾ ਹੋ ਗਿਆ। ਕੌੜੇ ਤੋਂ ਭਾਵ ਫੀਕਾ ਹੋ ਗਿਆ। ਤਨ ਤੇ ਬੁਢਾਪਾ ਆ ਜੇ ਜੀ, 80 85 90 ਦਾ ਹੋ ਜੇ, ਉਹਨੂੰ ਆਖੇ ਬਾਬਾ ਟੀ-ਸ਼ਰਟ ਬੜੀ ਸੋਹਣੀ, ਕਹਿੰਦਾ ਪੁੱਤਰਾ ਸਰੀਰ ਹੀ ਨਹੀਂ ਗਿਆ। ਬਾਪੂ ਗੱਡੀ ਬੜੀ ਸੋਹਣੀ ਆ, ਲੈ ਚਾਬੀ ਚੁੱਕ ਗੇੜਾ, ਕਹਿੰਦਾ ਨਹੀਂ ਤੁਰਿਆ ਹੀ ਨਹੀਂ, ਮੈਂ ਕੀ ਕਰਨੀ। ਲੈ ਫਿਰ ਡਰਾਈ ਫਰੂਟ ਖਾ ਲਾ, ਕਹਿੰਦਾ ਦਾਦੀ ਹੈ ਨਹੀਂ। ਨਕਲੀ ਲਾਏ ਕੰਮ ਨਹੀਂ ਕਰ, ਦੁਖੀ ਹੈ ਨਾ। ਜੇ ਚੱਖ ਵੀ ਲਊ ਤੇ ਰਸ ਨਹੀਂ ਆਉਣਾ, ਕਿਉਂਕਿ ਗਿਆਨ ਇੰਦਰੇ ਤੇ ਕਰਮ ਇੰਦਰੇ ਕਮਜ਼ੋਰ ਹੁੰਦੇ ਜਾਂਦੇ ਆ। ਮਰਦ ਕਹਿੰਦੇ ਤੇਰੇ ਪਦਾਰਥ, ਤੇਰੇ ਸੁੱਖ ਸਹੂਲਤਾਂ ਪਲਾਂ ਤੇ ਤੈਨੂੰ ਛੱਡ ਜਾਣਗੀਆਂ। ਵਿੱਚ ਨ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ। ਮਰਦ ਕਹਿੰਦੇ ਵਿੱਚ ਵਿਚੋਲਾ ਕਿਹਨੂੰ ਬਣਾਏਗਾ? ਰੱਬ ਤੇ ਤੇਰੇ 'ਚ ਕੋਈ ਵਿਚੋਲਾ ਹੈ? ਤੇਰੇ ਕਰਮ ਬਖਸ਼ਾਲੇ, ਕਰਮ ਤੇ ਹਟਿਆ, ਰੋਏਗਾ ਕੀ? ਤੂੰ ਜਾ ਕੇ ਕਿਸੇ ਨੂੰ ਆਪਣੇ ਦਿਲ ਦਾ ਦੁੱਖ ਦੱਸ, ਅਗਲਾ ਪਹਿਲਾਂ ਬੜੀ ਹਮਦਰਦੀ ਨਾਲ ਸੁਣਦਾ, ਮੁੜ ਕੇ ਭੱਡਦਾ, ਰੋਂਦਾ, ਦੱਸਦਾ
ਵੀ ਉਹ ਮੇਰੇ ਕੋਲ ਰੋਂਦਾ ਸੀ, ਕਹਿੰਦਾ ਮੈਂ ਦੁਖੀ ਬੜਾ। ਕਿਹਨੂੰ ਦੱਸੇ? ਇੱਕ ਰੱਬ ਹੀ ਹੈ, ਪਰਮਾਤਮਾ ਏ। ਉਹਦੇ ਦਰ ਤੇ ਜਾ ਕੇ ਰੋਏਗਾ, ਤੇਰਾ ਰੋਣਾ ਵੇਖ ਕੇ ਨਹੀਂ ਹੱਸਦਾ। ਤੈਨੂੰ ਡਰ ਲੱਗਦਾ ਹੈ, ਦੁਨੀਆ ਤੇਰਾ ਰੋਣਾ ਵੇਖ ਨਜਾਇਜ਼ ਫਾਇਦਾ ਚੁੱਕਦੀ ਹੈ। ਸੰਸਾਰ ਤੈਨੂੰ ਕਮਜ਼ੋਰ ਜਾਣਦਾ ਹੈ, ਬੁੱਧਦਿਲ ਜਾਣਦਾ ਏ। ਸਾਹਿਬ ਕਹਿੰਦੇ ਰੋਏਗਾ ਕਿਹਦੇ ਕੋਲ ਜਾ ਕੇ? ਮਾੜੇ ਕਰਮ ਤੇ ਕਰੀ ਜਾਂਦਾ ਹੈ, ਕਿਸੇ ਨੇ ਨਹੀਂ ਪੁੱਛਣਾ। ਬੁਢਾਪੇ 'ਚ ਧੀ ਪੁੱਤ ਵੀ ਕਹਿ ਦਿੰਦੇ ਆਪਣੀਆਂ ਕਰੀਆਂ ਭੁਗਤਦੇ ਆ। ਬੜਾ ਰੋਕਿਆ ਸੀ, ਆਹ ਨਾ ਕਰਿਆ ਕਰੋ, ਨਾ ਕਰਿਆ ਕਰੋ, ਉਦੋਂ ਇਹ ਮੰਨਦੇ ਨਹੀਂ ਸੀ। ਹੁਣ ਮੂੰਹ ਕੋਲੋਂ ਲੰਘ ਜਾਂਦੀ ਪਾਣੀ ਨਾਲ ਗਲਾਸ ਦੀ। ਉਹੀ ਪੁੱਤ ਜਿਹੜਾ ਮਾਪਿਆਂ ਦੇ ਗੁਣ ਗਾਉਣੋਂ ਨਹੀਂ ਸੀ ਹਟਦਾ ਹਰ ਵੇਲੇ, ਅੱਜ ਵਿਆਹਿਆ ਗਿਆ, ਮਾਪਿਆਂ ਨੂੰ ਪਾਣੀ ਨਹੀਂ ਪੁੱਛਦਾ, ਹਾਲ ਵੀ ਨਹੀਂ ਪੁੱਛਦਾ, ਦਵਾਈ ਮੁੱਕੀ ਆ ਗਿਆ ਕੀ ਹੈ। ਸਾਹਿਬ ਕਹਿੰਦੇ ਜਿਉਂਦੇ ਦੀ ਹਾਲਤ ਹੋ ਜਾਣੀ, ਮਰਿਆਂ ਨੂੰ ਕਿਹਨੇ ਪੁੱਛਣਾ ਏ? ਕਿਸ ਥਾਂ ਰੋਵੇ ਰੋਜ਼ ਰੋਜ਼ ਰੋਜ਼, ਕਿਹਦੇ ਕੋਲ ਰੋਇਆ ਕਰੇਗਾ? ਮੈਂ ਦੁਖੀ ਹਾਂ। ਜੇ ਰੱਬ ਤੋਂ ਟੁੱਟੇਗਾ ਨਾ, ਤੇਰਾ ਆਪਣਾ ਕੋਈ ਨਹੀਂ ਹੋਵੇ। ਜੱਗ ਦੇ ਪਦਾਰਥ ਵੀ ਇੱਕ ਦਿਨ ਤੈਨੂੰ ਪਿੱਠ ਮੋੜ ਕੇ ਤੇਰਾ ਸਾਥ ਛੱਡ ਜਾਣਗੇ। ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਜੋਗ। ਲੱਖ ਕੋਈ ਯਤਨ ਕਰੀ ਜਾਏ, ਕੀਤਾ ਕਿਛੂ ਨਾ ਹੋਵੇ, ਕਿਸ ਥੈ ਰੋਵੇ ਰੋਜ਼। ਮਰਦ ਕਹਿੰਦੇ ਲੱਖ ਤੂੰ ਜੋ ਮਰਜ਼ੀ ਕਰੀ ਜਾਈ, ਤੇਰੇ ਕੀਤੇ ਕਰਮਾਂ ਦਾ ਫਲ ਤੈਨੂੰ ਭੁਗਤਣਾ ਪੈਣਾ। ਜੋ ਤੂੰ ਕੀਤਾ ਨਾ, ਲਿਖਿਆ ਤੁਰ ਸੰਜੋਗ, ਜੋ ਲਿਖਾ ਲਿਆ ਸੰਜੋਗਾਂ 'ਚ, ਉਹ ਤੈਨੂੰ ਭੁਗਤਣਾ ਹੀ ਪੈਣਾ ਹੈ। ਰੋਈ ਚੱਲ ਜਿਹਦੇ ਮਰਜ਼ੀ ਕੋਲ ਜਾ ਕੇ। ਆਪਾਂ ਕਹਿੰਦੇ ਆ ਵੀ ਕਿਸੇ ਨੂੰ ਦੁੱਖ ਦੱਸਾਂਗੇ, ਦੁੱਖ ਘਟ ਜਾਂਦਾ, ਭੁਲੇਖਾ ਹੈ। ਘਟਦਾ ਨਹੀਂ, ਫੈਲ ਜਾਂਦਾ ਹੈ, ਸ਼ੇਅਰ ਹੋ ਜਾਂਦਾ ਹੈ। ਅੱਗੇ ਤੇ ਮੈਨੂੰ ਪਤਾ ਸੀ ਮੈਂ ਦੁਖੀ, ਕਿਹੜੀ ਗੱਲੋਂ ਦੁਖੀ, ਹੁਣ ਮੈਂ ਆਪਣੇ ਦੋਸਤਾਂ ਨੂੰ ਦੱਸਤਾ। ਹੁਣ ਮੈਨੂੰ ਉਹਨਾਂ ਦਾ ਫਿਕਰ ਪਿਆ ਹੋਇਆ ਵੀ ਯਾਰ ਇਹ ਅੱਗੇ ਨਾ ਗੱਲ ਕਰਦੇ। ਕਦੇ ਉਹਨੂੰ ਸਫਾਈ ਦਿੱਤੀ ਆ, ਕਦੇ ਉਹਨੂੰ ਸਫਾਈ ਦਿੱਤੀ। ਕਹਿੰਦੇ ਦੁੱਖ ਘਟਿਆ ਨਹੀਂ, ਦੁੱਖ ਵਧਾ ਲਿਆ। ਮਰਦ ਕਹਿੰਦੇ ਕਿਹਦੇ ਕੋਲ ਰੋਏਗਾ? ਤੈਨੂੰ ਤੇਰੇ ਕਰਮ ਭੁਗਤਣੇ ਪੈਣਗੇ। ਕਿਸੇ ਕੋਲ ਦੁੱਖ ਵੰਡਾ ਕੇ ਵੇਖ, ਲੋਕੀ ਜ਼ਖਮਾਂ ਤੇ ਲੂਣ ਪਾਉਂਦੇ ਆ, ਕਿਸੇ ਨੇ ਸੁਖੀ ਨਹੀਂ ਬਣਾਇਆ। ਜਦ ਤੱਕ ਨਾਮ ਨਹੀਂ ਨਾ ਜਪਦਾ, ਕੋਈ ਬਾਹ ਨਹੀਂ ਫੜ ਸਕਦਾ, ਕਿਸੇ ਨੇ ਤੇਰੇ ਨਾਲ ਨਹੀਂ ਖੜਨਾ। ਧੁਰ ਤੋਂ ਲਿਖਿਆ ਹੋਇਆ ਤੇਰੇ ਕਰਮਾਂ ਦੇ ਵਿੱਚ ਹਰ ਹਾਲ ਭੁਗਤਣਾ ਪੈਣਾ ਏ। ਵੱਡ ਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੈ ਸਭ ਵਿਯੋਗ। ਵੱਡ ਭਾਗੀ ਮੇਰਾ ਪ੍ਰਭ ਮਿਲੇ, ਉਤਰੈ ਸਭ ਵਿਯੋਗ। ਜੇ ਵੱਡਿਆ ਭਾਗਾਂ ਨਾਲ ਮੇਰਾ ਗੁਰੂ ਪ੍ਰਭੂ ਸਤਿਗੁਰੂ ਮਿਲ ਗਿਆ ਨਾ, ਮਰਦ ਕਹਿੰਦੇ ਉਹ ਤੇਰੇ ਦੁੱਖਾਂ ਰੋਗਾਂ ਨੂੰ ਕੱਟ ਸਕਦਾ, ਉਹ ਤੇਰੇ ਵਿਛੋੜਿਆਂ ਨੂੰ ਕੱਟ ਸਕਦਾ ਏ। ਗੁਰੂ ਸਮਰੱਥ ਹੈ। ਸਤਿਗੁਰ ਤੇਰੇ ਕਰਮ ਵੀ ਬਦਲ ਸਕਦੇ ਨੇ। ਆਖੋ ਸਤਿਨਾਮ। ਗੁਰੂ ਬਦਲ ਸਕਦਾ, ਧੁਰ ਸੰਜੋਗ ਲਿਖੇ ਸਤਿਗੁਰ ਬਦਲ ਸਕਦੇ ਨੇ ਤੇ ਬਦਲਦੇ ਹਨ। ਕਿਸੇ ਨੇ ਨਹੀਂ ਬਦਲਣਾ। ਦੁਨੀਆ ਦੇ ਮਾਇਆ ਧਾਰੀ ਬੰਦੇ ਜਦੋਂ ਅੱਖ ਟੁੱਟ ਜਾਂਦੇ ਆ ਨਾ, ਹਰ ਪਾਸੇ ਤੋਂ, ਸਾਇੰਸ ਤੋਂ, ਮੈਡੀਕਲ ਤੋਂ, ਹਰ ਚੀਜ਼ ਤੋਂ, ਫਿਰ ਚੱਲ ਕੇ ਰੱਬ ਦੀ ਸ਼ਰਨ ਆਉਂਦੇ। ਕਹਿੰਦੇ ਰੱਬਾ ਹੁਣ ਤੂੰ ਬਚਾ ਸਕਦਾ, ਮੇਰਾ ਹੀਲਾ ਕਰੋ। ਸਾਹਿਬ ਕਹਿੰਦੇ ਧੁਰ ਸੰਜੋਗ ਤੋਂ ਜੋ ਲਿਖਿਆ ਭੁਗਤਣਾ ਪੈਂਦਾ ਏ। ਇੱਕ ਪਿਆਰਾ ਸਤਿਗੁਰੂ ਪ੍ਰੀਤਮ, ਜੇ ਉਹਦਾ ਨਾਮ ਜਪਿਆ ਹੋਊ, ਉਹਨੂੰ ਆਪਣਾ ਬਣਾਇਆ ਹੋਊ, ਪਹਿਲਾਂ ਤੇ ਦੁੱਖ ਆਉਣਾ ਨਹੀਂ। ਜੇ ਆ ਵੀ ਗਿਆ ਉਹ ਕੱਟ ਦਿੰਦੇ ਹਨ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੇ ਮੋਚ। ਅਰਦਾਸ ਕਰਿਆ ਕਰ ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਦੁਨੀਆ ਦੇ ਬੰਧਨ ਕੱਟਣ ਵਾਲਿਆ, ਜੰਮਣ ਮਰਨ ਦੇ, ਮੇਰੇ ਇਸ ਮਨ ਦੀ ਲਾਜ ਰੱਖ, ਮੈਨੂੰ ਬਚਾ ਲੈ ਔਗਣਾ ਤੋਂ, ਮਾੜੇ ਕਰਮਾਂ ਤੋਂ, ਮਾੜੇ ਗੁਨਾਹਾਂ ਤੋਂ, ਮਾੜੀ ਸੰਗਤ ਤੋਂ, ਮਾੜੇ ਖਿਆਲਾਂ। ਕਹਿੰਦੀ ਅਰਦਾਸ ਕਰ, ਪੱਲਾ ਅੱਡ ਉਸ ਪਰਮਾਤਮਾ ਦੇ ਅੱਗੇ, ਉਹ ਤੇਰਾ ਸਾਥ ਦੇਗਾ। ਕਤਕ ਹੋਵੇ ਸਾਧ ਸੰਗ, ਬਿਨ ਸੈ ਸਭੇ ਸੋਚ। ਤੇ ਫਿਰ ਗੁਰੂ ਨੇ ਜਵਾਬ ਦਿੱਤਾ, ਕਹਿੰਦੇ ਕਤਕ ਹੋਵੇ ਸਾਧ ਸੰਗ, ਬਿਨ ਸੈ ਸਭੈ ਸੋਚ। ਕਹਿੰਦੇ ਤੇਰੀਆਂ ਬੁਰੀਆਂ ਸੋਚਾਂ ਮਿਟ ਜਾਣਗੀਆਂ, ਮਾੜੇ ਕਰਮ ਮਿਟ ਜਾਣਗੇ, ਜੇ ਕਤਕ ਦੇ ਮਹੀਨੇ ਬੈਠ ਕੇ ਸਾਧੂਆਂ ਦੀ ਸੰਗਤ ਕਰੇਗਾ। ਕੋ ਸਤਨਾਮ। ਸਤ ਸੰਗ ਚ ਬੈਠੇਗਾ, ਗੁਰੂ ਦੇ ਗੁਣਾਂ ਨੂੰ ਸੁਣੇਗਾ, ਪਰਮਾਤਮਾ ਦੇ ਗੁਣਾਂ ਨੂੰ ਗਾਏਗਾ। ਸਾਹਿਬ ਕਹਿੰਦੇ ਤੇਰੇ ਇਹ ਕਰਮ ਕੱਟੇ ਜਾਣਗੇ, ਤੇਰਾ ਇਹ ਮਹੀਨਾ ਕਤਕ ਦਾ ਸਫਲਾ ਹੋਏਗਾ। ਵਾਹਿਗੁਰੂ 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 ਵਾਹਿਗੁਰੂ।